ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਔਰ ਚੰਗੇ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਸੰਭਾਲਿਆ, ਮਦਦ, ਨਿਗਹਿਬਾਨੀ, ਰਖਵਾਲੀ ਕੀਤੀ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। तो आइए प्रभु का वचन असी सुन ली जा रहे हैं। अज का विषय तुसी अपने मोबाइल स्क्रीन पर देख सकते हो। विषय का नाम है हेरोदेस अते यूहन्ना। असी सब यूहन्ना के बारे भी जानते हैं, पर इस हेरोदेस राजा के बारे बहुत घट जानते हैं। पर अज जदों असी इन्हां वचनां नूं सुनांगे, ये हेरोदेस राजा कि जिहा किस तरह का आदमी सी ਜਾਂ किस तरह की ये विचारधारा रखता सी, ਜਾਂ किस तरीके का ये जीवन जी रहा सी। क्योंकि बाइबल दे विच बहुत वचन इस हेरोदेस राजा दे लिए दिते गए ने। तो इहदा जीवन भी एक खास जीवन है जिहदे तो एक आत्मिक जीवन ने, आत्मिक इंसान ने अपने जीवन दीयां कई गल्लां नूं सीखना है। याद रखो, यूहन्ना बपतिस्मा देण वाला ते एक आत्मिक इंसान, एक बड़ा खास इंसान है, पर उहदे नाल इस हेरोदेस दा जो एक रिश्ता आ जां हेरोदेस नाल जो यूहन्ना दा एक रिश्ता आ, उस रिश्ते नूं अज असीं वेखण लई जा रहे हैं। ये संबंध, ये गल्लां सानू साडे आत्मिक जीवन ते झाती मारन दे लई मजबूर करनगियां। तो आइए देखते हैं कि हेरोदेस राजा किस मनोदशा का इंसान सी। तो पढ़ते हैं जी मरकस 6 का 20 वचन पढ़िए। और जदों जदों असीं इस हेरोदेस राजा के बारे सीखना शुरू करते हैं, तद ही तुसीं अपने जीवनां ते भी ध्यान मारना कि किते जो इस राजा हेरोदेस के जीवन च हो रहा आ, ਜਾਂ जो ये राजा हेरोदेस कर रहा, किते मैं भी तो नहीं कर रहा, किते वो गल्लां मेरे जीवन च भी नहीं। पढ़िए जी मरकस 6 ਦੀ 20। क्यों जो हेरोदेस यूहन्ना ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ, ਕਹਿੰਦਾ ਹੈਰੋਦੇਸ यूहन्ना ਨੂੰ ਕੀ ਜਾਣਦਾ ਸੀ? ਹੈਰੋਦੇਸ ਨੂੰ ਪਤਾ ਸੀ ਕਿ यूहन्ना ਧਰਮੀ ਆ। ਹੈਰੋਦੇਸ ਨੂੰ ਪਤਾ ਸੀ ਕਿ यूहन्ना ਪਵਿੱਤਰ ਆ। ਹੈਰੋਦੇਸ यूहन्ना ਨੂੰ ਧਰਮੀ ਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ, ਉਹਦੇ ਕੋਲੋਂ ਕੀ ਕਰਦਾ ਸੀ? ਡਰਦਾ ਸੀ। ਅੱਜ ਅਸੀਂ ਵੀ ਪ੍ਰਭੂ ਯਿਸੂ ਮਸੀਹ ਨੂੰ ਧਰਮੀ ਤੇ ਪਵਿੱਤਰ ਪੁਰਖ ਜਾਣ ਕੇ ਜਾਂ ਪਰਮੇਸ਼ਰ ਨੂੰ ਧਰਮੀ ਤੇ ਪਵਿੱਤਰ ਜਾਣ ਕੇ, ਇਹ ਦੋ ਗੱਲਾਂ ਪਰਮੇਸ਼ਰ 'ਚ ਵੀ ਨੇ। ਪਰਮੇਸ਼ਰ ਵੀ ਧਰਮੀ ਆ ਤੇ ਪਰਮੇਸ਼ਰ ਵੀ ਕੀ ਆ? ਪਵਿੱਤਰ ਆ। ਔਰ ਅਸੀਂ ਕੁਝ ਹੱਦ ਤੱਕ ਉਹਦੇ ਤੋਂ ਡਰਦੇ ਆ। ਇਸੇ ਤਰ੍ਹਾਂ ਹੈਰੋਦੇਸ ਵੀ ਯਿਸੂ ਮਸੀਹ यूहन्ना ਨੂੰ ਧਰਮੀ ਤੇ ਪਵਿੱਤਰ ਪੁਰਖ ਜਾਣ ਕੇ ਕੀ ਕਰਦਾ ਸੀ? ਉਹਦੇ ਤੋਂ ਡਰਦਾ ਸੀ। ਇਹ ਇੱਕ ਚੰਗੀ ਗੱਲ ਇਹਦੇ ਵਿੱਚ। ਪਰ ਅੱਗੇ ਪੜ੍ਹੀਏ। ਔਰ ਉਹਦੀ ਰੱਖਿਆ ਕਰਦਾ ਸੀ। ਔਰ ਉਹਦੀ ਕੀ ਕਰਦਾ ਸੀ? ਰੱਖਿਆ ਕਰਦਾ ਸੀ। ਰੱਖਿਆ ਕਿਸ ਮਾਮਲੇ 'ਚ ਕਰਦਾ ਸੀ? ਇਹਦੇ ਵਾਸਤੇ ਸਾਨੂੰ ਪੜ੍ਹਨਾ ਪਏਗਾ ਮਰਕਸ ਦੀ ਹੀ 6 ਦਾ 18 ਔਰ 19 ਵਚਨ। ਇਸ ਲਈ ਜੋ यूहन्ना ਨੇ ਹੈਰੋदेस ਨੂੰ ਆਖਿਆ ਸੀ, ਇਸ ਕਾਰਨ ਕਿ यूहन्ना ਨੇ ਹੈਰੋदेस ਨੂੰ ਕੁਝ ਗੱਲ ਆਖੀ ਸੀ। ਉਹ ਗੱਲ ਕੀ ਸੀ? ਕਿ ਆਪਣੇ ਭਾਈ ਦੀ ਤੀਵੀਂ ਦਾ ਰੱਖਣਾ ਤੈਨੂੰ ਯੋਗ ਨਹੀਂ। ਕਿ ਤੂੰ ਆਪਣੇ ਭਾਈ ਦੀ ਤੀਵੀਂ ਦੇ ਨਾਲ ਵਿਆਹ ਕੀਤਾ ਆ, ਉਹਦਾ ਤੈਨੂੰ ਰੱਖਣਾ ਕੀ ਆ? ਯੋਗ ਨਹੀਂ ਆ। ਮਤਲਬ ਹੈਰੋदेस ਰਾਜਾ ਦੇ यूहन्ना ਨੇ ਪਾਪ ਪ੍ਰਗਟ ਕੀਤੇ ਸੀ। ਜੋ ਗਲਤੀ ਹੈਰੋदेस ਨੇ ਕੀਤੀ ਸੀ, यूहन्ना ਨੇ ਖੁੱਲਮ ਖੁੱਲੀ ਉਹਨੂੰ ਕਿਹਾ ਸੀ ਤੂੰ ਗਲਤ ਆ, ਤੇਰੇ ਵਿੱਚ ਆ ਪਾਪ ਆ, ਤੇਰੇ ਵਿੱਚ ਇਹ ਗਲਤੀ ਆ। ਇਸ ਗਲਤੀ ਨੂੰ ਆਪਣੇ ਜੀਵਨ ਚੋਂ ਕੀ ਕਰਦੇ? ਕੱਢ ਦੇ। ਜਦੋਂ ਇੰਨੀ ਗੱਲ ਕੀਤੀ ਆ, ਲਿਖਿਆ ਉਹਦੀ ਰੱਖਿਆ ਕਰਦਾ ਸੀ। ਰੱਖਿਆ ਕਿਉਂ ਕਰਦਾ ਸੀ? ਪੜ੍ਹੀਏ। ਜਦੋਂ ਇਹ ਗੱਲ ਉਹਨੂੰ ਕਹੀ ਆ ਉਹਨੇ, ਤਾਂ ਹੈਰੋਦਿਆਸ ਔਰ ਇਹਨੇ ਜਿਹੜੇ ਆਪਣੇ ਭਰਾ ਦੀ ਘਰ ਵਾਲੀ ਰੱਖੀ ਸੀ, ਉਹਦਾ ਨਾਂ ਸੀ ਹੈਰੋਦਿਆਸ। ਇਹਦਾ ਨਾਂ ਹੈਰੋदेस, ਉਹਦਾ ਨਾਂ ਸੀ ਹੈਰੋਦਿਆਸ। ਤੇ ਹੈਰੋਦਿਆਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਸ ਨਾਲ ਵੈਰ ਰੱਖਦੀ। ਉਹ ਇਸ ਗੱਲ ਦੇ ਕਾਰਨ यूहन्ना ਬਪਤਿਸਮਾ ਦੇਣ ਵਾਲੇ ਦੇ ਨਾਲ ਵੈਰ ਰੱਖਦੀ ਸੀ। ਅਤੇ ਉਹਨੂੰ ਮਾਰ ਸੁੱਟਣਾ ਚਾਹੁੰਦੀ ਸੀ। ਔਰ ਇੱਥੋਂ ਤੱਕ ਕਿ ਉਹਨੂੰ ਕੀ ਕਰਨਾ ਚਾਹੁੰਦੀ ਸੀ। ਪਰ ਇਹ ਕੀ ਕਰਦਾ ਸੀ? ਨਹੀਂ, ਇੱਕ ਧਰਮੀ ਤੇ ਪਵਿੱਤਰ ਪੁਰਖ ਆ।
ਇਹਨੂੰ ਪਤਾ ਸੀ ਯੂਹੰਨਾ ਕੀ ਆ, ਧਰਮੀ ਆ, ਤੇ ਯੂਹੰਨਾ ਇੱਕ ਪਵਿੱਤਰ ਪੁਰਖ ਹੈ। ਯੂਹੰਨਾ ਜੋ ਕਹਿ ਰਿਹਾ ਸੱਚ ਹੀ ਤੇ ਕਹਿ ਰਿਹਾ ਆ। ਹਾਂ ਮੈਂ ਪਾਪ ਕੀਤਾ ਆ, ਹਾਂ ਮੈਂ ਗਲਤੀ ਕੀਤੀ ਆ, ਇਹ ਸੱਚ ਕਹਿ ਰਿਹਾ। ਇਸ ਕਾਰਨ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਤਨੀ ਜਾਂ ਉਹਦੀ ਘਰਵਾਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਦੁੱਖ ਪਹੁੰਚਾਵੇ। ਇਸ ਕਾਰਨ ਇਹ ਸਭ ਗੱਲਾਂ ਤੋਂ ਉਹਦੀ ਕੀ ਕਰਦਾ ਸੀ, ਇਹ ਰੱਖਿਆ ਕਰਦਾ ਸੀ। ਹਾਂ, ਅਤੇ ਉਹਦੀ ਸੁਣ ਕੇ ਬਹੁਤ ਦੁਬਦੈ ਵਿੱਚ ਪੈਂਦਾ ਜਾਂਦਾ। ਦੁਬਾਰਾ ਪੜ੍ਹਦੀ 20 ਦੀ 6 ਦੀ 20 ਦੁਬਾਰਾ ਪੜ੍ਹ ਦੋ। ਕਿਉਂ ਜੋ ਹੈਰੋਦੇਸ ਯੂਹੰਨਾ ਨੂੰ ਧਰਮੀ ਹੈਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਹਦੀ ਰੱਖਿਆ ਕਰਦਾ ਸੀ। ਉਹਦੇ ਕੋਲੋਂ ਡਰਦਾ ਸੀ ਤੇ ਉਹਦੀ ਕੀ ਕਰਦਾ ਸੀ, ਰੱਖਿਆ ਕਰਦਾ ਸੀ। ਹਾਂ, ਅਤੇ ਉਹਦੀ ਸੁਣ ਕੇ ਬਹੁਤ ਦੁਬਦੈ ਵਿੱਚ ਪੈਂਦਾ ਜਾਂਦਾ। ਪਰ ਜਦੋਂ ਉਹਦੀਆਂ ਗੱਲਾਂ ਸੁਣਦਾ ਸੀ ਨਾ, ਜਦੋਂ ਉਹਦੇ ਦੁਆਰਾ ਵਚਨ ਸੁਣਦਾ ਸੀ ਤੇ ਕੀ ਪੈ ਜਾਂਦਾ ਸੀ, ਉਹ ਦੁਬਦਾ ਦੇ ਵਿੱਚ। ਹਿੰਦੀ ਚ ਪੜੋ ਜਰਾ ਇਸ ਲਾਈਨ ਨੂੰ। और उसकी बातें सुनकर बहुत घबराता था। ਉਹਦੀ ਗੱਲਾਂ ਸੁਣ ਕੇ ਕੀ ਕਰ ਜਾਂਦਾ ਸੀ, ਦੁਬਦਾ ਚ ਪੈ ਜਾਂਦਾ ਸੀ, ਘਬਰਾ ਜਾਂਦਾ ਸੀ ਕਿ ਹੁਣ ਮੈਂ ਕੀ ਕਰਾਂ। ਅੰਦਰੋਂ ਕੀ ਆਵਾਜ਼ ਆਉਂਦੀ ਸੀ, ਦੁਬਦਾ ਦੀ ਆਵਾਜ਼ ਕੀ ਸੀ ਕਿ ਹੁਣ ਮੈਂ ਕੀ ਕਰਾਂ। ਪਰ ਕੁਝ ਕਰ ਨਹੀਂ ਸੀ ਪਾ ਰਿਹਾ, ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਪਾ ਰਿਹਾ। ਲਿਖਿਆ ਉਹਨੂੰ ਕੀ ਜਾਣਦਾ ਸੀ, ਧਰਮੀ ਤੇ ਪਵਿੱਤਰ ਪੁਰਖ ਸਮਝਦਾ ਸੀ ਔਰ ਉਹਦੇ ਤੋਂ ਡਰਦਾ ਸੀ। ਇਸ ਕਾਰਨ ਉਹਦੀ ਕੀ ਕਰਦਾ ਸੀ, ਰੱਖਿਆ ਕਰਦਾ ਸੀ। ਔਰ ਜਦੋਂ ਉਹ ਉਹਦੀ ਸੁਣਦਾ ਸੀ ਨਾ, ਸੁਣ ਕੇ ਉਹਨੂੰ ਉਹਦੇ ਅੰਦਰੋਂ ਸੱਚਾਈ ਨਜ਼ਰ ਆਉਂਦੀ ਸੀ। ਉਹਨੂੰ ਪਤਾ ਲੱਗਦਾ ਸੀ ਇਹ ਜੋ ਵਚਨ ਬੋਲ ਰਿਹਾ, ਇਹ ਜੋ ਗੱਲਾਂ ਕਰ ਰਿਹਾ ਆ, ਇਹ ਮੇਰੇ ਜੀਵਨ ਦੇ ਅੰਦਰ ਜੋ ਗਲਤੀਆਂ ਨੇ ਉਹਨੂੰ ਉਜਾਗਰ ਕਰ ਰਿਹਾ ਆ। ਪਰਮੇਸ਼ਰ ਦਾ ਵਚਨ ਉਹਨੂੰ ਕਾਇਲ ਕਰਦਾ ਸੀ, ਪਰ ਉਹ ਕਿਸੇ ਫੈਸਲੇ ਤੇ ਨਹੀਂ ਸੀ ਪਹੁੰਚ ਪਾ ਰਿਹਾ। ਇਸੇ ਪ੍ਰਕਾਰ ਦਾ ਜੀਵਨ ਮੇਰੇ ਭਰਾਵੋ ਸਾਡਾ ਵੀ ਆ। ਸਾਡਿਆਂ ਚੋਂ ਬਹੁਤਿਆਂ ਲੋਕਾਂ ਦਾ ਜੀਵਨ ਇਹ ਆ, ਪਰਮੇਸ਼ਰ ਨੂੰ ਧਰਮੀ ਜਾਣਦੇ ਨੇ, ਉਹਦੇ ਪਿੱਛੇ ਚੱਲਦੇ ਨੇ, ਆਦਰ ਕਰਦੇ ਨੇ, ਡਰਦੇ ਨੇ, ਪਰ ਜਦੋਂ ਵਚਨ ਸੁਣਦੇ ਨੇ, ਵਚਨ ਕੁਝ ਨਿਰਣੇ ਲੈਣ ਲਈ ਕਹਿੰਦਾ, ਵਚਨ ਕੁਝ ਫੈਸਲਾ ਕਰਨ ਲਈ ਕਹਿੰਦਾ, ਤੇ ਕਿਹਦੇ ਚ ਪੈ ਜਾਂਦੇ ਆ, ਦੁਬਦਾ ਚ ਪੈ ਕੇ ਸੋਚਦੇ ਅਸੀਂ ਹੁਣ ਕੀ ਕਰੀਏ। ਪਰ ਪਰਮੇਸ਼ਰ ਦਾ ਵਚਨ ਸਪਸ਼ਟ ਗੱਲਾਂ ਕਰਦਾ ਆ। ਇਸੇ ਤਰ੍ਹਾਂ ਇਹ ਹੈਰੋਦੇਸ ਵੀ ਵਚਨ ਸੁਣਦਾ ਸੀ। ਉਹਨੂੰ ਯੋਹੰਨਾ ਬਪਤਿਸਮਾ ਦੇਣ ਵਾਲਾ ਪਰਮੇਸ਼ਰ ਦਾ ਦਾਸ, ਉਹਦੇ ਤੋਂ ਡਰਦਾ ਸੀ। ਉਹ ਯੋਹੰਨਾ ਬਪਤਿਸਮਾ ਦੇਣ ਵਾਲੇ ਤੋਂ ਡਰਦਾ ਵੀ ਸੀ, ਪਰ ਕੀ ਨਹੀਂ ਸੀ ਕਰ ਪਾ ਰਿਹਾ, ਦੁਬਦਾ ਚ ਪੈ ਗਿਆ, ਕੁਝ ਕਰ ਨਹੀਂ ਸੀ ਸਕਦਾ। ਪੜ੍ਹੀਏ, ਇੱਕ ਲਾਈਨ ਹੋਰ ਲਿਖੀ ਅੱਗੇ। ਅਤੇ ਉਹਦੀ ਸੁਣ ਕੇ ਬਹੁਤ ਦੁਬਦੈ ਵਿੱਚ ਪੈਂਦਾ ਜਾਂਦਾ। ਹਾਂ, ਪਰ ਖੁਸ਼ੀ ਨਾਲ ਉਹਦੀ ਸੁਣਦਾ ਸੀ। ਪਰ ਵਚਨ ਕਿਸ ਤਰ੍ਹਾਂ ਸੁਣਦਾ ਸੀ, ਇਹ ਖੁਸ਼ੀ ਨਾਲ ਵਚਨ ਸੁਣਦਾ ਸੀ। ਅੱਜ ਜਰਾ ਇਹ ਹੈਰੋਦੇਸ ਦੇ ਇਸ ਜੀਵਨੀ ਨੂੰ ਆਪਣੀਆਂ ਜੀਵਨੀਆਂ ਨਾਲ ਰਲਾ ਕੇ ਦੇਖੋ। ਸੇਮ ਤੁਹਾਨੂੰ ਇਸ ਹੈਰੋਦੇਸ ਦੇ ਇਸ ਜੀਵਨ, ਇਸ 6 ਦੀ ਮਰਕਜ਼ 6 ਦੀ 20 ਵਿੱਚੋਂ ਆਪਣੀ ਤਸਵੀਰ ਨਜ਼ਰ ਆਏਗੀ ਤੁਹਾਨੂੰ। ਇਹ ਬਿਲਕੁਲ ਹੂਬਹੂ ਸਾਡੀ ਆਪਣੀ ਤਸਵੀਰ ਆ। ਕੀ ਕਰਦੇ ਹਾਂ ਅੱਜ ਕੱਲ ਅਸੀਂ? ਸਾਨੂੰ ਵਚਨ ਚੰਗਾ ਲੱਗਦਾ ਆ, ਅਸੀਂ ਖੁਸ਼ ਹੁੰਨੇ ਪਰਮੇਸ਼ਰ ਦੀ ਬਾਣੀ ਨੂੰ ਸੁਣ ਕੇ, ਖੁਸ਼ ਹੁੰਨੇ ਆ ਪਰਮੇਸ਼ਰ ਦੇ ਭੇਤਾਂ ਨੂੰ ਸੁਣ ਕੇ, ਖੁਸ਼ ਹੁੰਨੇ ਆ। ਪਰ ਜਦੋਂ ਉਹ ਵਚਨ ਸਾਨੂੰ ਕੁਝ ਨਿਰਣਾ ਕਰਨ ਲਈ, ਸਾਨੂੰ ਕੁਝ ਫੈਸਲਾ ਕਰਨ ਲਈ ਕਹਿੰਦਾ ਆ, ਉਸ ਸਮੇਂ ਅਸੀਂ ਦੁਬਦਾ ਚ ਪੈ ਜਾਂਦੇ ਆ। ਇਹ ਨਹੀਂ ਕਿ ਇਹ ਵਚਨ ਸਾਨੂੰ ਰਸਤਾ ਨਹੀਂ ਦਿਖਾਲਦਾ, ਇਹ ਨਹੀਂ ਕਿ ਇਹ ਵਚਨ ਸਾਨੂੰ ਦੁਬਦਾ ਚ ਪਾ ਰਿਹਾ, ਅਸੀਂ ਖੁਦ ਆਪਣੀਆਂ ਗਲਤੀਆਂ ਦੇ ਕਾਰਨ ਦੁਬਦਾ ਚ ਪਾ ਰਹੇ ਆ। ਪਰਮੇਸ਼ਰ ਦਾ ਵਚਨ ਸਪਸ਼ਟ ਆ, ਪਰਮੇਸ਼ਰ ਦਾ ਵਚਨ ਰਸਤਾ ਦਿਖਾ ਰਿਹਾ ਆ, ਪਰ ਸਾਨੂੰ ਜਿਹੜੇ ਉਹ ਰਸਤੇ ਦਿਖਾ ਰਿਹਾ ਆ ਉਹ ਪਸੰਦ ਨਹੀਂ ਆ। ਇਹਨੂੰ ਵੀ ਕਿਹੜਾ ਰਸਤਾ ਦਿਖਾ ਰਿਹਾ ਸੀ? ਤੈਨੂੰ ਆਪਣੇ ਭਰਾ ਦੀ ਬੀਵੀ ਰੱਖਣੀ ਕੀ ਨਹੀਂ ਆ, ਇਹ ਚਾਹੁੰਦਾ ਤੇ ਛੱਡ ਸਕਦਾ ਸੀ ਉਹਨੂੰ, ਪਰ ਦੁਬਦਾ ਚ ਪੈ ਕੇ ਕਿਸੇ ਵੀ ਫੈਸਲੇ ਦੇ, ਕਿਸੇ ਵੀ ਨਤੀਜੇ ਤੱਕ ਕੀ ਨਹੀਂ ਕਰ ਰਿਹਾ ਹੈ, ਪਹੁੰਚ ਨਹੀਂ ਪਾ ਰਿਹਾ। ਹੈਰੋਦੇਸ ਉਹਦੀ ਸੁਣਦਾ, ਬੜੇ ਚਾਅ ਦੇ ਨਾਲ ਸੁਣਦਾ, ਪਰ ਹੈਰੋਦੇਸ ਇੱਕ ਕਮਜ਼ੋਰ ਇੱਛਾ ਰੱਖਣ ਵਾਲਾ ਇਨਸਾਨ ਸੀ। ਉਹਦੀ ਇੱਛਾ ਸ਼ਕਤੀ ਕਮਜ਼ੋਰ ਸੀ, ਉਹ ਫੈਸਲਾ ਨਹੀਂ ਸੀ ਕਰ ਪਾ ਰਿਹਾ। ਉਹ ਮੇਲ ਮਿਲਾਪ ਤੇ ਰੱਖਣਾ ਚਾਹੁੰਦਾ ਸੀ, ਉਹ ਯਹੋਨਾ ਦੇ ਨਾਲ ਮੇਲ ਮਿਲਾਪ ਵਧਾਉਣਾ ਚਾਹੁੰਦਾ ਸੀ, ਪਰ ਉਹਦੀਆਂ ਆਪਣੀਆਂ ਕਮਜ਼ੋਰੀਆਂ ਨੇ, ਉਹਦੀਆਂ ਆਪਣੀ ਇਸ ਕਮਜ਼ੋਰ ਇੱਛਾ ਸ਼ਕਤੀ ਨੇ ਇੱਕ ਦਿਨ ਯਹੋਨਾ ਦਾ ਸਿਰ ਕੀ ਕਰ ਦਿੱਤਾ, ਵਡਵਾ ਦਿੱਤਾ। ਔਰ ਇਹ ਐਸਾ ਮੂਰਖ ਸੀ,
ਅਜਿਹਾ ਇੱਕ ਮੂਰਖ ਸਿੱਧ ਹੋਇਆ ਜਿਹੜਾ ਕਿ ਮੁਕਤੀ ਪਾਉਣ ਦੇ ਇੰਨੇ ਨਜ਼ਦੀਕ ਪਹੁੰਚ ਗਿਆ, ਮੁਕਤੀ ਪਾਉਣ ਦੇ ਇੰਨੇ ਨਿਕਟ ਪਹੁੰਚ ਗਿਆ, ਪਰ ਤਾਂ ਵੀ ਮੁਕਤੀ ਨਹੀਂ ਪਾ ਸਕਿਆ। ਵਚਨ ਸੁਣਿਆ, ਵਚਨ ਨੇ ਕਾਇਲ ਕੀਤਾ, ਵਚਨ ਨੇ ਦੱਸਿਆ ਤੂੰ ਗਲਤ ਆ, ਆਪਣੇ ਪਾਪਾਂ ਨੂੰ ਛੱਡ ਤੇ ਆਪਣੇ ਜੀਵਨ ਨੂੰ ਬਦਲ। ਮੁਕਤੀ ਪਾਉਣ ਦੇ ਇੰਨੇ ਨਜ਼ਦੀਕ ਸੀ ਇਹ, ਪਰ ਕੀ ਨਹੀਂ ਪਾ ਸਕਿਆ। ਅੱਜ ਮੇਰੇ ਭਰਾਵੋ, ਅਸੀਂ ਵੀ ਕਈ ਵਾਰ ਮੁਕਤੀ ਪਾਉਣ ਦੇ ਇੰਨੇ ਨਜ਼ਦੀਕ ਹੁੰਨੇ ਆ, ਪਰ ਆਪਣੀ ਕਮਜ਼ੋਰ ਇੱਛਾ ਸ਼ਕਤੀ ਦੇ ਕਾਰਨ, ਆਪਣੇ ਪਾਪਾਂ ਨੂੰ ਨਾ ਛੱਡਣ ਦੀ ਆਦਤ ਦੇ ਕਾਰਨ, ਆਪਣੀਆਂ ਗਲਤੀਆਂ ਲਗਾਤਾਰ ਦੁਹਰਾਈ ਜਾਣ ਦੀ ਉਸ ਆਦਤ ਦੇ ਕਾਰਨ ਅਸੀਂ ਮੁਕਤੀ ਤੋਂ ਵਾਂਝੇ ਰਹਿ ਜਾਂਦੇ ਹਾਂ। ਅੱਜ ਵੀ ਕਿੰਨੇ ਮਸੀਹਿਆਂ ਦੇ ਵਿੱਚ, ਕਿੰਨੇ ਲੋਕਾਂ ਦੇ ਵਿੱਚ ਇਹ ਹੈਰੋਦੇਸ ਦੀ ਆਤਮਾ ਕੀ ਕਰ ਰਹੀ ਆ? ਕੰਮ ਕਰ ਰਹੀ ਆ। ਹੈਰੋਦੇਸ ਦੀ ਆਤਮਾ ਕਿੰਨੇ ਲੋਕਾਂ 'ਚ ਕੰਮ ਕਰ ਰਿਹਾ ਕਿ ਉਹਨਾਂ ਨੂੰ ਵਚਨ ਸੋਹਣਾ ਲੱਗਦਾ, ਵਚਨ ਚੰਗਾ ਲੱਗਦਾ, ਹਾਂ ਐਪਰੀਸ਼ੀਏਟ ਕਰਦੇ ਨੇ, ਹਾਂ ਵਚਨ ਜੋ ਕਹਿ ਰਿਹਾ ਸੱਚ ਕਹਿ ਰਿਹਾ, ਪਰ ਵਚਨ ਕੀ ਕਹਿੰਦਾ? ਨਿਰੇ ਸੁਣਨ ਵਾਲੇ ਨਹੀਂ, ਨਿਰੇ ਪੜਨ ਵਾਲੇ ਨਹੀਂ, ਮੈਨੂੰ ਅਮਲ ਕਰਨ ਵਾਲੇ ਵੀ ਚਾਹੀਦੇ ਨੇ। ਅਸੀਂ ਸੁਣਨ ਵਾਲੇ ਆ, ਅਸੀਂ ਪੜਨ ਵਾਲੇ ਆ, ਪਰ ਸੁਣਨ ਦੇ ਨਾਲ ਪੜਨ ਦੇ ਨਾਲ ਕੋਈ ਗੱਲ ਨਹੀਂ ਬਣਨੀ, ਗੱਲ ਬਣਨੀ ਆ ਅਮਲ ਕਰਨ ਦੇ ਨਾਲ। ਹੈਰੋਦੇਸ ਵੀ ਐਸਾ ਹੀ ਸੀ, ਵਚਨ ਸੁਣਦਾ ਤੇ ਵਚਨ ਕੈਸਾ ਸੁਣਦਾ ਸੀ? ਇਹ ਜਿਹੜੇ ਵੇਖਦੇ ਆ ਲੂਕਾ ਦੀ ਜੀਵ 3 ਬਾਪ 6 ਤੋਂ ਲੈ ਕੇ 10 ਤੱਕ, ਕਿਹੜਾ ਵਚਨ ਉਹਨੂੰ ਚੰਗਾ ਲੱਗਦਾ ਸੀ? ਅਤੇ ਸਭ ਸ਼ਰੀਰ ਪਰਮੇਸ਼ਵਰ ਦੀ ਮੁਕਤੀ ਵੇਖਣਗੇ। ਹਾਂ, ਤਦ ਉਸਨੇ ਉਹਨਾਂ ਮਾਹੀਣਿਆਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿਕਲੇ ਸਨ। ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਤੋਂ ਬਪਤਿਸਮਾ ਲੈਣ ਲਈ ਨਿਕਲੇ ਸੀ, ਹਾਂ, ਆਖਿਆ ਕਿ ਉਹਨਾਂ ਨੂੰ ਕੀ ਕਹਿੰਦਾ ਉਹ? ਹਾਂ, ਹੇ ਸੱਪਾਂ ਦਿਓ ਬੱਚਿਓ। ਕੀ ਕਹਿੰਦਾ? ਹੇ ਸੱਪਾਂ ਦਿਓ ਬੱਚਿਓ। ਹਾਂ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਹਨੇ ਦੱਸਿਆ? ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਹਨੇ ਦੱਸਿਆ? ਹਾਂ, ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ। ਹੁਣ ਇਹ ਵੀ ਇਹ ਵਚਨ ਸੁਣਦਾ ਆ, ਸੱਪਾਂ ਦੇ ਬੱਚਿਆਂ ਵਾਲੀ ਜੋ ਗੱਲ ਆ ਇਹਦੇ ਤੇ ਵੀ ਲਾਗੂ ਹੋ ਰਹੀ ਆ, ਪਰ ਇਹ ਸੁਣ ਕੇ ਕੀ ਹੁੰਦਾ ਆ? ਖੁਸ਼ ਹੁੰਦਾ ਆ। ਹਾਂ, ਯੋਨਾ ਜੋ ਵੀ ਕਹਿ ਰਿਹਾ, ਕੀ ਕਹਿ ਰਿਹਾ? ਸੱਚ ਹੀ ਤੇ ਕਹਿ ਰਿਹਾ। ਯੋਨਾ ਜੋ ਵੀ ਕਹਿ ਰਿਹਾ ਸਹੀ ਕਹਿ ਰਿਹਾ। ਇੰਨਾ ਸਖਤ ਵਚਨ ਸੁਣਨ ਵਾਲਾ ਇਨਸਾਨ ਆ ਇਹ। ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿੰਨੇ ਦੱਸ ਦਿੱਤਾ? ਤਾਂ ਕਿ ਤੁਸੀਂ ਤੋਬਾ ਜੋਗਾ ਕੀ ਦਿਓ? ਫਲ ਦਿਓ। ਹਾਂ, ਅਤੇ ਆਪਣੇ ਆਪ ਨੂੰ ਇਹ ਨਾ ਆਖਣ ਲੱਗੋ ਹਾਂ, ਕਿ ਅਬਰਾਹਮ ਸਾਡਾ ਪਿਤਾ ਹੈ। ਹਾਂ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ਵਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਹਾਂ, ਇੰਨਾ ਸਖਤ ਵਚਨ, ਇੰਨਾ ਕਠੋਰ ਵਚਨ ਸੁਣਦਾ ਆ ਹੈਰੋਦੇਸ, ਤੇ ਸੁਣ ਕੇ ਮੂੰਹ ਨਹੀਂ ਮੋੜਦਾ। ਸੁਣ ਕੇ ਕੀ ਕਰਦਾ? ਖੁਸ਼ੀ ਦੇ ਨਾਲ ਸੁਣਦਾ ਆ, ਪਰ ਕੀ ਨਹੀਂ ਕਰ ਪਾ ਰਿਹਾ? ਇਹਨਾਂ ਵਚਨਾਂ ਤੇ ਅਮਲ ਨਹੀਂ ਕਰ ਪਾ ਰਿਹਾ। ਇੰਨੇ ਸਖਤ ਵਚਨ ਸੁਣਨ ਵਾਲਾ ਇਨਸਾਨ, ਹੁਣ ਤੁਸੀਂ ਵੀ ਕਈ ਐਸੀਆਂ ਸੰਸਥਾਵਾਂ ਦੇ ਵਿੱਚ ਹੋ, ਤੁਸੀਂ ਕਿਸੇ ਐਸੀ ਆਰਗੇਨਾਈਜੇਸ਼ਨ ਵਿੱਚ, ਐਸੀ ਇੱਕ ਸੰਸਥਾ ਦੇ ਵਿੱਚ ਹੋਵੋਗੇ ਜਿਹੜੀ ਕਿ ਪਰਮੇਸ਼ਰ ਦੇ ਵਚਨ ਨੂੰ ਪੂਰੀ ਸਖਤਾਈ ਦੇ ਨਾਲ ਪੇਸ਼ ਕਰਦੀ ਆ, ਜਿਹੜੀ ਕਿ ਪਰਮੇਸ਼ਰ ਦੇ ਵਚਨ ਨੂੰ ਪੂਰੀ ਸੱਚਾਈ ਦੇ ਨਾਲ ਪੇਸ਼ ਕਰਦੀ ਆ। ਉਹ ਖਰਾ ਤੇ ਸੱਚਾ ਔਰ ਸਖਤ ਵਚਨ ਸੁਣਾਉਂਦੇ ਨੇ। ਹੋ ਸਕਦਾ ਤੁਸੀਂ ਐਸੀ ਸੰਸਥਾ ਦੇ ਵਿੱਚ ਹੋਵੋ, ਪਰ ਉੱਥੇ ਵੀ ਬਚਨ ਦੀ ਗਾਰੰਟੀ ਨਹੀਂ ਆ ਜੇਕਰ ਤੁਸੀਂ ਉਹਨਾਂ ਵਚਨਾਂ ਤੇ ਅੱਗੇ ਸਮਰਪਣ ਨਹੀਂ ਕੀਤਾ ਤੇ। ਸਖਤ ਵਚਨ ਸੁਣਨ ਦੇ ਨਾਲ ਕੋਈ ਸਵਰਗ ਨਹੀਂ ਪਹੁੰਚੇਗਾ। ਸਖਤ ਔਰ ਕਠੋਰ ਸੰਸਥਾ ਦੇ ਵਿੱਚ ਰਹਿਣ ਦੇ ਨਾਲ ਕੋਈ ਸਵਰਗ ਨਹੀਂ ਪਹੁੰਚੇਗਾ। ਇਹਦੇ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਕਿੰਨੇ ਸਖਤ ਜ਼ਿਆਦਾ ਪ੍ਰਚਾਰ ਕਰ ਦੇਣਾ। ਜੇਕਰ ਪ੍ਰਚਾਰਾਂ ਦੀ ਗਿਣਤੀ ਦੇ ਵਿੱਚ, ਬਾਈਬਲ ਦੇ ਵਿੱਚ ਜੇਕਰ ਕੋਈ ਸਖਤ ਪ੍ਰਚਾਰਕ ਆ ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਧ ਸਖਤ ਕੋਈ ਪ੍ਰਚਾਰਕ ਨਹੀਂ ਆ, ਜਿਹੜਾ ਸਿੱਧਾ ਲੋਕਾਂ ਨੂੰ ਕਹਿੰਦਾ, ਹੇ ਸੱਪਾਂ ਦਿਓ ਬੱਚਿਓ, ਤੁਸੀਂ ਕਿਉਂ ਮੇਰੇ ਕੋਲ ਆਏ ਹੋ? ਤੁਹਾਨੂੰ ਕਿੰਨੇ ਬਚਨਾਂ ਦੱਸ ਦਿੱਤਾ? ਇਹ ਹੈਰੋਦੇਸ ਐਸੇ ਸਖਤ ਪ੍ਰਚਾਰਕ ਨੂੰ ਸੁਣਦਾ ਸੀ, ਪਰ ਤਾਂ ਵੀ ਕੀ ਨਹੀਂ ਕਰ ਪਾਇਆ। ਤੁਸੀਂ ਆਪਣੀ ਸਖਤ ਤਾਲੀਮ ਤੇ ਕਮਾਂਡ ਨਾ ਕਰੋ।
ਜੇਕਰ ਤੁਸੀਂ ਸਖਤ ਕਿਸੇ ਸੰਸਥਾ 'ਚ ਹੋ ਉਹਦੇ ਤੇ ਕਮੰਡ ਨਾ ਕਰੋ, ਤੁਸੀਂ ਸਖਤ ਤਾਲੀਮ ਤੇ ਕਮੰਡ ਨਾ ਕਰੋ, ਤੁਸੀਂ ਇਸ ਗੱਲ ਤੇ ਕਮੰਡ ਕਰੋ ਕਿ ਤੁਸੀਂ ਉਹਨਾਂ ਨੂੰ ਮੰਨਦੇ ਹੋ। ਸਖਤ ਵਚਨ ਸੁਣਨ ਨਾਲ ਕੁਝ ਨਹੀਂ ਬਣ ਜਾਣਾ। ਹੈਰੋਦੇਸ ਦਾ ਜੀਵਨ ਸਾਨੂੰ ਕੀ ਦੱਸ ਰਿਹਾ? ਇਹਨਾਂ ਸਖਤ ਵਚਨਾਂ ਨੂੰ ਮੰਨਣਾ ਵੀ ਪੈਣਾ ਆ। ਹੋ ਸਕਦਾ ਤੁਸੀਂ ਇਹਨਾਂ ਸਖਤ ਵਚਨਾਂ ਨੂੰ ਸੁਣ ਕੇ ਦੁਬਿਧਾ ਵਿੱਚ ਪੈ ਗਏ ਹੋਵੋ, ਪਰ ਹਜੇ ਵੀ ਹੈਰੋਦੇਸ ਵਾਂਗੂ ਖੁਸ਼ੀ ਨਾਲ ਸੁਣ ਰਹੇ ਹੋਵੋ। ਤੁਹਾਡੇ ਪਾਸਟਰ, ਤੁਹਾਡੇ ਪਾਸਵਾਨ ਸੋਚਦੇ ਹੋਣ ਤੁਸੀਂ ਇੱਕ ਤਰਾਸ਼ੀ ਗਈ ਰੂਹ ਹੋ, ਪਰ ਜਰਾ ਆਪਣੇ ਆਪ ਨੂੰ ਵੇਖੋ, ਆਪਣੇ ਅੰਦਰ ਝਾਤੀ ਮਾਰ ਕੇ ਦੇਖੋ। ਹਜੇ ਵੀ ਕਿਤੇ ਨਾ ਕਿਤੇ ਤੁਹਾਡਾ ਜੀਵਨ ਹੈਰੋਦੇਸ ਦੇ ਜੀਵਨ ਦੇ ਨਾਲ ਹੂ ਬਹੂ ਮੇਲ ਖਾ ਰਿਹਾ ਆ। ਜਿਹੜਾ ਪਰਮੇਸ਼ਰ ਤੋਂ ਡਰਦਾ ਤੇ ਹੈ, ਵਚਨ ਸੁਣਦਾ ਤੇ ਹੈ, ਖੁਸ਼ੀ ਦੇ ਨਾਲ ਸੁਣਦਾ, ਪਰ ਸੁਣ ਕੇ ਮੰਨਦਾ ਨਹੀਂ, ਬਲਕਿ ਦੁਬਿਧਾ ਦੇ ਵਿੱਚ ਕੀ ਕਰ ਜਾਂਦਾ? ਪੈ ਜਾਂਦਾ। ਕਿ ਅਸੀਂ ਵੀ ਐਸੇ ਹੀ ਆ। ਤੇ ਜਿੰਨਾ ਕੁ ਫਿਰ ਹੈਰੋਦੇਸ ਬਚ ਗਿਆ ਸੀ, ਉਹਨਾਂ ਕੁ ਅਸੀਂ ਵੀ ਕੀ ਹੋ ਜਾਵਾਂਗੇ? यूहन्ना बपतिस्मा देने वाले ने उन्हां लोकां दे सामने भी और हेरोदेस दे सामने भी, सुनने वाले लोकां दे सामने भी ते हेरोदेस दे सामने भी दोनों मार्ग रख दिते सी। वो दोनों मार्ग किहड़े मार्ग ने? उन्हें दस दिता स्वर्ग या नरक। कित्थे जाना तुसी? तुसी स्वर्ग जाना चाहुंदे हो या नरक जाना चाहुंदे हो? उन्हें दस दिता एक चौड़ा मार्ग गया, एक तंग मार्ग गया। तुसी किहड़े मार्ग ते चलना चाहुंदे हो? चौड़े मार्ग ते चलना चाहुंदे हो या तंग मार्ग ते चलना चाहुंदे हो? उन्हें दस दिता तुसी परमेश्वर दे पिछे चलना चाहुंदे हो या धन दौलत दे पिछे चलना चाहुंदे हो? उन्हें दस दिता कि तुसी मसीह दे वल हो कि जां मसीह दे विरोध च हो। दोनों मार्ग दिखा रहा। की दस रहा कि रेत ते घर बनाउणा कि जां चट्टान ते घर बनाउणा है। फैसला आप करना पैना है। यूहन्ना बपतिस्मा देने वाले दे वचन ने भी ये सब कुछ दस दिता, अज दे वचन दे प्रचारकां ने भी सब कुछ दस दिता। रेत ते घर ना बनाओ, चट्टान ते की करो। मसीह दे वल होवो, मसीह दे विरोधी ना बनो। परमेश्वर चाहिदा जां धन दौलत चाहिदा? चौड़ा मार्ग चाहिदा जां तंग मार्ग चाहिदा? नरक चाहिदा जां स्वर्ग चाहिदा? वचन यही गल्लां ते स्पष्ट करके दसदा आ। पर इन्हां चीज़ां नूं, इन्हां गल्लां नूं सुन के जिहड़े कई लोग ने जिहड़े कि इस हेरोदेस दी विचारधारा दे लोग ने, वो दुविधा दे विच की हो गए ने, पै गए ने। वो फैसला नहीं कर पा रहे असीं की करना। उन्हां नूं कोई समझ नहीं आ रही इस हेरोदेस वांगू कि असीं की करना आ। मुक्ति दा प्रचार, मुक्ति दा प्रचार सानू फैसला लैण दी चुनौती दिंदा आ। जदों असीं इस सख्त प्रचार सुनदे हां, जदों असीं सख्त ये मुक्ति दा प्रचार सुनदे हां, वो सानू की चुनौती दिंदा? तुसीं फैसला कर लो अज की करना। स्वर्ग चाहिदा जां नरक चाहिदा? तंग मार्ग चाहिदा जां खुला मार्ग चाहिदा? परमेश्वर चाहिदा जां धन दौलत चाहिदी आ? तुसीं परमेश्वर दे वल हो, मसीह दे वल हो जां मसीह दे विरोधी हो? तुसीं रेत ते घर बनाउणा जां चट्टान ते अपना घर उसारना है? इन्हां गल्लां दा फैसला सानू खुद करना पैना आ। परमेश्वर दा वचन इन्हां दोनां रस्तियां दे विचों सानू एक रस्ता चुनन लई कहंदा आ। चट्टान ते बनिया घर चाहिदा कि जां रेत ते बनिया घर चाहिदा? तंग मार्ग चाहिदा जां खुला मार्ग चाहिदा? ये जिहड़े दुविधा वाले ने ना, हेरोदेस वांगू जिहड़े दुविधा च पए ने, उन्हां नूं दोवें चाहीदे ने। वो चाहुंदे चलना असीं खुले मार्ग दे चाहुंदे आ, पर पसंद सानू किहड़ा राह आ? तंग। तंग मार्ग दी शिक्षा चंगी लगदी आ, तंग मार्ग दी शिक्षा असीं सुणदे आ, पर चलना कित्थे आ? खुले मार्ग ते। मसीह सानू चंगा लगदा, मसीह साडे लई ठीक आ, पर मसीह दी मन नहीं सकदे, मसीह दे विरोध च चल सकदे हैं। बड़ा वधिया लगदा चट्टान ते बनिया घर, पर हजे भी असी रेत ते ही रहना चाहुंदे हैं। मेरे प्यारिओ, परमेश्वर दा वचन निर्णय करन दा जां फैसला करन लई सानू कहंदा आ। किधर? इस तरह जदों असीं पढ़दे हां रसूलां दे किताब 2:37 वचन, उत्थे भी जदों पतरस ने
ਇਸੇ ਤਰੀਕੇ ਦਾ ਹੀ ਕੁਝ ਪ੍ਰਚਾਰ ਕੀਤਾ, ਜੈਸਾ ਪ੍ਰਚਾਰ ਯਹੋਨਾ ਬਪਤਿਸਮਾ ਦੇਣ ਵਾਲਾ ਕਰਦਾ ਸੀ। 2:37 ਤੇ ਕੀ ਕਹਿੰਦੇ ਨੇ ਲੋਕ, ਪੜ੍ਹੀਏ ਜੀ। ਜਾਂ ਉਹਨਾਂ ਨੇ ਇਹ ਸੁਣਿਆ, ਜਦੋਂ ਉਹਨਾਂ ਨੇ ਇਹ ਗੱਲਾਂ ਸੁਣੀਆਂ ਕਿ ਪਰਮੇਸ਼ਰ ਦਾ ਵਚਨ ਸਾਨੂੰ ਫੈਸਲਾ ਕਰਨ ਲਈ ਕਹਿੰਦਾ ਆ। ਪਰਮੇਸ਼ਰ ਦਾ ਵਚਨ ਜਿਸ ਤਰ੍ਹਾਂ ਯਹੋਨਾ ਬਪਤਿਸਮਾ ਦੇਣ ਵਾਲਾ ਕਹਿੰਦਾ ਸੀ, ਤੋਬਾ ਯੋਗਾ ਕੀ ਕਰੋ, ਫਲ ਦਿਓ, ਤੋਬਾ ਕਰੋ, ਬਪਤਿਸਮਾ ਲਓ ਤੇ ਪਵਿੱਤਰ ਆਤਮਾ ਦਾ ਕੀ ਪਾਵੋਗੇ, ਆਪਣੇ ਪਾਪਾਂ ਤੋਂ ਮੁੜੋ, ਫੈਸਲਾ ਕਰੋ। ਸਿਰਫ ਸਖਤ ਵਚਨ ਸੁਣਨ ਵਾਲੇ ਨਹੀਂ, ਸਖਤ ਸੰਸਥਾ 'ਚ ਰਹਿਣ ਵਾਲੇ ਨਹੀਂ, ਇੱਕ ਸਖਤ ਹਿਰਦਾ ਰੱਖਣ ਵਾਲੇ ਨਹੀਂ, ਇਹਨਾਂ ਸਖਤ ਵਚਨਾਂ ਨੂੰ ਮੰਨਣ ਵਾਲੇ ਵੀ ਬਣੋ। ਬਾਰ-ਬਾਰ ਪਰਮੇਸ਼ਰ ਪਤਾ ਨਹੀਂ ਕਿਉਂ ਮੇਰੇ ਕੋਲ ਇਸ ਸੰਸਥਾ ਦਾ ਨਾਮ ਕਢਾ ਰਿਹਾ। ਸਾਨੂੰ ਕਈ ਵਾਰ ਇਹ ਘਮੰਡ ਹੋ ਗਿਆ ਕਿ ਸਾਡੀ ਸੰਸਥਾ ਦਾ ਸਭ ਤੋਂ ਸਖਤ ਵਚਨ ਹੈ, ਪਰ ਇਸ ਵਚਨ ਦੀ ਤੁਸੀਂ ਕੀ ਪ੍ਰਤੀਤ ਕੀਤੀ? ਜੇ ਇਹਨੂੰ ਮੰਨਿਆ ਨਹੀਂ ਤੇ ਹੈਰੋ ਦੇਸ਼ ਸਾਬਤ ਹੋਵਾਂਗੇ ਅਸੀਂ। ਇਹ ਸਖਤ ਵਚਨ, ਸੁਣਿਆ ਵਚਨ ਹੀ ਸਾਡੇ ਜੀਵਨ ਦੇ ਵਿੱਚ ਜਦੋਂ ਨਿਆਂ ਦਾ ਦਿਨ ਆਏਗਾ, ਇੱਕ ਕਟਗਰੇ 'ਚ ਇਹ ਵਚਨ ਹੋਵੇਗਾ, ਦੂਸਰੇ 'ਚ ਅਸੀਂ ਹੋਵਾਂਗੇ। ਇਹ ਸਖਤ ਵਚਨ ਹੀ ਸਾਨੂੰ ਨਰਕ ਦੇ ਵਿੱਚ ਪਿੱਟ ਕੇ ਜਾਣ ਲਈ ਕੀ ਕਰੇਗਾ, ਮਜਬੂਰ ਕਰੇਗਾ। ਚੱਲ ਹੁਣ ਨਰਕ ਦੇ ਵਿੱਚ, ਕਿਉਂਕਿ ਤੂੰ ਮੰਨਿਆ ਨਹੀਂ ਨਾ। ਉੱਥੇ ਲੋਕਾਂ ਨੇ ਜਦੋਂ ਸੁਣਿਆ ਕੀ ਕਹਿੰਦੇ, ਹੇ ਭਰਾਵੋ ਅਸੀਂ ਹੁਣ ਕੀ ਕਰੀਏ? ਉਹਨਾਂ ਨੇ ਸਾਰੇ ਨਿਯਮ ਦੱਸੇ। ਤਾਂ ਇਹ ਪੜ੍ਹਦੇ ਆ ਰਸੂਲਾਂ ਦੇ ਕਰਤੱਵ 28:24, ਰਸੂਲਾਂ ਦੇ ਕਰਤੱਵ 28 ਬਾਬ ਉਹਦਾ 24 ਵਚਨ। ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ, ਤਾਂ ਕਈਆਂ ਨੇ ਉਹ ਗੱਲਾਂ ਕੀ ਕੀਤੀਆਂ, ਮੰਨ ਲਈਆਂ। ਹਾਂ, ਜਿਹੜੀਆਂ ਸੁਣਾਈਆਂ ਗਈਆਂ ਸਨ, ਜਿਹੜੀਆਂ ਸੁਣਾਈਆਂ ਗਈਆਂ ਸਨ, ਅਤੇ ਕਈਆਂ ਨੇ ਪ੍ਰਤੀਤ ਨਾ ਕੀਤੀ। ਤੇ ਕਈਆਂ ਨੇ ਨਹੀਂ ਮੰਨੀਆਂ। ਕਈਆਂ ਨੇ ਕੀ ਕੀਤਾ, ਮੰਨ ਲਿਆ, ਤੇ ਕਈਆਂ ਨੇ ਕੀ ਨਹੀਂ ਕੀਤਾ, ਇਹ ਮੰਨਿਆ ਹੀ ਨਹੀਂ। ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਕਿਹੜੀ ਕੈਟਾਗਰੀ ਸ਼ਾਮਲ ਹੋ? ਸਖਤ ਪ੍ਰਚਾਰ ਸੁਣ ਕੇ, ਸਖਤ ਸਿੱਖਿਆ ਸੁਣ ਕੇ ਮੰਨਣ ਵਾਲੇ, ਕਿ ਜਾਂ ਸਖਤ ਸਿੱਖਿਆ ਸੁਣ ਕੇ ਦੁਵਿਧਾ 'ਚ ਪੈ ਕੇ ਉਹਨੂੰ ਨਾ ਮੰਨਣ ਵਾਲੇ? ਇਹ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ ਕੈਸਾ ਸੀ? ਸਖਤ ਪ੍ਰਚਾਰ, ਸਹੀ ਪ੍ਰਚਾਰ, ਜਿਹੜਾ ਕਿ ਇੱਕ ਪ੍ਰਚਾਰ ਹੋਣਾ ਚਾਹੀਦਾ, ਐਸਾ ਪ੍ਰਚਾਰ ਸੀ। ਤੇ ਇਹ ਉਸ ਪ੍ਰਚਾਰ ਨੂੰ ਸੁਣਦਾ ਸੀ, ਪਰ ਤਾਂ ਵੀ ਕੀ ਨਹੀਂ ਕੀਤਾ, ਦੁਵਿਧਾ 'ਚ ਪੈ ਗਿਆ, ਪਰ ਫੈਸਲਾ ਨਹੀਂ ਕਰ ਪਾਇਆ। ਮੇਰੇ ਪਿਆਰਿਓ, ਅੱਜ ਦੇ ਪ੍ਰਚਾਰ ਕੈਸੇ ਨੇ? ਅੱਜ ਦੇ ਪ੍ਰਚਾਰਕਾਂ ਦੇ ਵਿੱਚ ਪ੍ਰਚਾਰ ਦਾ ਰੂਪ ਬਦਲ ਗਿਆ। ਅੱਜ ਦੇ ਪ੍ਰਚਾਰਕ ਸਿਰਫ ਮਿੱਠੇ ਢੰਗ ਦੇ ਨਾਲ ਜੋ ਜਾਂ ਜਿਹਾ ਲੋਕਾਂ ਨੂੰ ਪਸੰਦ ਆ, ਉਹੋ ਜਿਹਾ ਕੀ ਕਰਨਾ ਸ਼ੁਰੂ ਕਰ ਦਿੰਦੇ ਨੇ। ਅੱਜ ਕੈਸਾ ਪ੍ਰਚਾਰ ਚੱਲ ਰਿਹਾ? ਅੱਜ ਯਹੋਨਾ ਬਪਤਿਸਮਾ ਦੇਣ ਵਾਲੇ ਵਰਗਾ ਪ੍ਰਚਾਰ ਨਹੀਂ ਚੱਲ ਰਿਹਾ। ਅੱਜ ਪਤਰਸ ਵਰਗਾ ਸਖਤ ਪ੍ਰਚਾਰ ਨਹੀਂ ਚੱਲ ਰਿਹਾ। ਅੱਜ ਕੈਸਾ ਪ੍ਰਚਾਰ ਚੱਲ ਰਿਹਾ ਦੁਨੀਆ ਤੇ? ਮਿੱਠਾ ਔਰ ਲੋਕਾਂ ਨੂੰ ਪਸੰਦ ਆਉਣ ਵਾਲਾ। ਜਿਸ ਤਰ੍ਹਾਂ ਲੋਕ ਚਾਹਣ, ਜਿਸ ਤਰ੍ਹਾਂ ਦਾ ਲੋਕ ਚਾਹਣ, ਉਸ ਤਰ੍ਹਾਂ ਦਾ ਉਹਨਾਂ ਨੂੰ ਕੀ ਕੀਤਾ ਜਾਵੇ, ਪਰੋਸਿਆ ਜਾਵੇ। ਮੇਰੇ ਪਿਆਰਿਓ, ਜੇ ਸਖਤ ਪ੍ਰਚਾਰ ਸੁਣ ਕੇ ਵੀ ਤੁਸੀਂ ਫੈਸਲਾ ਨਹੀਂ ਕਰ ਪਾ ਰਹੇ, ਤੇ ਇਹ ਢਿੱਲੇ ਮਿੱਠੇ ਔਰ ਤੁਹਾਨੂੰ ਚੰਗੇ ਲੱਗਣ ਵਾਲੇ ਪ੍ਰਚਾਰ ਸੁਣ ਕੇ ਤੁਹਾਡਾ ਕੀ ਬਣੇਗਾ? ਯਾਦ ਰੱਖੋ, ਮਸੀਹਤ ਕੀ ਆ? ਮਸੀਹਤ ਦੇ ਵਿੱਚ ਜੋ ਇੱਕ ਵਿਸ਼ਵਾਸੀ ਆ, ਮਸੀਹਤ ਆਉਣ ਵਾਲਾ ਹਰ ਇਨਸਾਨ ਖਾਸ ਕਰਕੇ ਆਪਣੇ ਜੀਵਨ ਚੋਂ ਇਸ ਗੱਲ ਨੂੰ ਮਿਟਾ ਦੇ ਜਾਂ ਅਰੇਜ਼ ਕਰ ਦੇ ਕਿ ਮੇਰੀ ਮਰਜ਼ੀ ਪੂਰੀ ਹੋਵੇਗੀ। ਮਸੀਹਤ ਦਾ ਮਤਲਬ ਆ ਆਪਣੇ ਯਹੋਵਾ ਪਰਮੇਸ਼ਰ ਦੀ ਕੀ ਕਰਨੀ, ਮਰਜ਼ੀ ਪੂਰੀ ਕਰਨੀ। ਮਸੀਹਤ ਦੀ ਪ੍ਰਾਰਥਨਾ ਇੱਕ ਸਿਖਾਈ ਗਈ, ਕਹਿੰਦੇ ਤੁਸੀਂ ਇਸ ਤਰ੍ਹਾਂ ਹੁਣ ਪ੍ਰਾਰਥਨਾ ਕਰਿਓ, ਹੇ ਸਾਡੇ ਬਾਪ ਜੋ ਤੂੰ ਕੀ ਆ, ਤੇਰਾ ਨਾਮ ਕੀ ਕੀਤਾ ਜਾਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਆ, ਉਸ ਤਰ੍ਹਾਂ ਕਿੱਥੇ ਹੋਵੇ। ਮਸੀਹਤ ਕੀ ਆ? ਮਸੀਹਤ ਆਪਣੀ ਮਰਜ਼ੀ ਪੂਰੀ ਕਰਨੀ ਨਹੀਂ ਆ, ਮਸੀਹਤ ਹੈ ਸਵਰਗੀ ਪਿਤਾ ਦੀ ਮਰਜ਼ੀ ਪੂਰੀ ਕਰਨੀ। ਅੱਜ ਜੇਕਰ ਕੋਈ ਪ੍ਰਚਾਰ ਤੁਹਾਡੀ ਮਰਜ਼ੀ ਦਾ ਪ੍ਰਚਾਰ ਆ ਜਾਂ ਤੁਹਾਡੀ ਮਰਜ਼ੀ ਪੂਰੀ ਕਰਨ ਦਾ ਪ੍ਰਚਾਰ ਆ, ਤੇ ਉਹ ਤੁਹਾਨੂੰ ਸਵਰਗ ਨਹੀਂ ਲੈ ਕੇ ਜਾਵੇਗਾ। ਅੱਜ ਦਾ ਪ੍ਰਚਾਰ ਕੀ ਆ? ਅੱਜ ਦਾ ਪ੍ਰਚਾਰ ਕੀ ਹੋਣਾ ਚਾਹੀਦਾ? ਇਹ ਪ੍ਰਚਾਰ ਆ ਸਾਡੀ ਮਰਜ਼ੀ ਪੂਰੀ ਹੋਏ ਨਾ ਹੋਏ, ਪਰ ਸਾਡੇ ਯਹੋਵਾ ਪਰਮੇਸ਼ਰ ਦੀ ਕੀ ਹੋਵੇ। ਹਾਲੇਲੂਇਆ। ਅੱਜ ਦੇ ਪ੍ਰਚਾਰਕ ਕੀ ਕਰ ਰਹੇ ਨੇ?
ਮਿੱਠੇ ਪ੍ਰਚਾਰ ਔਰ ਜੋ ਇਨਸਾਨ ਨੂੰ, ਜੋ ਸਾਨੂੰ ਚੰਗਾ ਲੱਗਦਾ, ਅਜਿਹੇ ਪ੍ਰਚਾਰ ਸੁਣਾਉਂਦੇ ਨੇ। ਅੱਜ ਹੋ ਕੀ ਰਿਹਾ? ਪ੍ਰਚਾਰਕ ਲੋਕਾਂ ਨੂੰ ਲੋਕਾਂ ਦੀਆਂ ਬਿਮਾਰੀਆਂ ਤੋਂ ਆਜ਼ਾਦ ਹੋਣ ਦਾ ਪ੍ਰਚਾਰ ਸੁਣਾ ਰਹੇ ਨੇ। ਕਿਹਦਾ ਹੋਕਾ ਦੇ ਰਹੇ ਨੇ? ਅੱਜ ਪ੍ਰਚਾਰ ਸਭਾਵਾਂ ਦੇ ਵਿੱਚ, ਕਨਵੈਨਸ਼ਨਾਂ ਦੇ ਵਿੱਚ ਕਿਹਦਾ ਹੋਕਾ ਆ? ਕਿਸ ਚੀਜ਼ ਦਾ ਹੋਕਾ ਚੱਲ ਰਿਹਾ? ਤੁਸੀਂ ਪੋਸਟਰ ਵੇਖੋ, ਇਹਨਾਂ ਚੀਜ਼ਾਂ ਦੇ ਹੋਰਡਿੰਗ ਵੇਖੋ, ਉੱਥੇ ਕੀ ਲਿਖਿਆ? ਹਰ ਤਰ੍ਹਾਂ ਦੀ ਬਿਮਾਰੀ ਤੋਂ ਕੀ ਕੀਤਾ ਜਾਵੇਗਾ? ਕਨਵੈਨਸ਼ਨਾਂ ਦਾ ਮੋਟੋ ਕੀ ਆ? ਹਰ ਤਰ੍ਹਾਂ ਦੀ ਬਿਮਾਰੀ ਤੋਂ ਕੀ ਕੀਤਾ ਜਾਵੇਗਾ? ਹਰ ਤਰ੍ਹਾਂ ਦੇ ਭੂਤ ਪ੍ਰੇਤ ਦੇ ਜਕੜੇ ਬਿਮਾਰ ਕਿੱਥੇ ਆਓ? ਮੇਰੇ ਪਿਆਰਿਓ, ਕੀ ਤੁਸੀਂ ਉਸ ਜਗ੍ਹਾ ਤੇ ਆਪਣੀਆਂ ਕਨਵੈਨਸ਼ਨਾਂ ਦੇ ਵਿੱਚ ਜਾਂ ਆਪਣੀਆਂ ਆਰਾਧਨਾ ਸਭਾ ਦੇ ਵਿੱਚ ਜਾਂ ਆਪਣੇ ਚਰਚਾਂ ਦੇ ਵਿੱਚ ਵੇਖਿਆ ਕਿ ਨੌਜਵਾਨ ਕਿੰਨੇ ਆ ਰਹੇ ਨੇ? ਅੱਜ ਸਾਡੇ ਚਰਚਾਂ ਦੇ ਵਿੱਚੋਂ ਨੌਜਵਾਨਾਂ ਦੀ ਭੀੜ ਖਤਮ ਹੁੰਦੀ ਜਾ ਰਹੀ ਆ, ਕਿਉਂਕਿ ਤੁਸੀਂ ਸਾਰੇ ਬਿਮਾਰਾਂ ਨੂੰ ਕੀ ਦੇ ਰਹੇ ਹੋ? ਚਰਚ ਤੰਦਰੁਸਤ ਰੂਹਾਂ ਦੇ ਨਾਲ ਨਹੀਂ, ਚਰਚ ਸਵਰਗ ਜਾਣ ਵਾਲੀਆਂ ਰੂਹਾਂ ਦੇ ਨਾਲ ਨਹੀਂ ਭਰਿਆ। ਚਰਚ ਉਹਨਾਂ ਲੋਕਾਂ ਨਾਲ ਭਰਿਆ ਆ ਜਿਹੜੇ ਕਿ ਹਸਪਤਾਲ ਜਾਣ ਵਾਲੇ ਨੇ। ਇਹੀ ਚੰਗਾ ਲੱਗਦਾ ਅੱਜ ਇਨਸਾਨ ਨੂੰ। ਜੇ ਅੱਜ ਤੁਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਹੀਂ ਬਚਾ ਪਾਏ, ਅੱਜ ਦੇ ਚਰਚ, ਅੱਜ ਦੀਆਂ ਸੰਸਥਾਵਾਂ, ਅੱਜ ਦੀਆਂ ਕਨਵੈਨਸ਼ਨਾਂ ਦੇ ਨੌਜਵਾਨਾਂ ਨੂੰ ਨਹੀਂ ਬਚਾ ਪਾਏ, ਤੇ ਸਾਡਾ ਭਵਿੱਖ ਖਤਮ ਆ। ਕੈਸਾ ਪ੍ਰਚਾਰ ਸੁਣਦੇ ਅਸੀਂ? ਸਾਡੇ ਨਾਲੋਂ ਤੇ ਹੈਰੋਦੇਸ ਚੰਗਾ ਸੀ, ਜਿਹੜਾ ਕਮ ਸੋ ਕਮ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ ਤੇ ਸੁਣਦਾ ਸੀ ਤੇ ਚੰਗਾ ਵੀ ਲੱਗਦਾ ਸੀ ਉਹਨੂੰ, ਪਰ ਕੀ ਨਹੀਂ ਕਰ ਪਾਇਆ? ਉਹਦੇ ਤੇ ਕੋਈ ਫੈਸਲਾ ਨਹੀਂ ਕਰ ਪਾਇਆ। ਅੱਜ ਸਾਡੇ ਜੀਵਨਾਂ 'ਚ ਕੀ ਹੋ ਰਿਹਾ ਇਹ ਦੇਖੋ। ਪਰਮੇਸ਼ਰ ਦਾ ਵਚਨ ਫੈਸਲਾ ਕਰਨ ਲਈ ਕਹਿੰਦਾ ਆ। ਅੱਜ ਕਿੱਥੇ ਉਹ ਅੱਗ, ਕਿੱਥੇ ਉਹ ਚੁਣੌਤੀਆਂ ਜਿਹੜੀਆਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਸੀ ਤੇ ਪਤਰਸ ਔਰ ਰਸੂਲਾਂ ਦੇ ਸਮੇਂ ਸੀ? ਅੱਜ ਕਿੱਥੇ ਨੇ ਉਹ ਪਾਪ ਨੂੰ ਲਲਕਾਰਨ ਵਾਲੀਆਂ ਚੁਣੌਤੀਆਂ? ਮੇਰੇ ਪਿਆਰਿਓ, ਅੱਜ ਜੋ ਵੀ ਹੋ ਰਿਹਾ ਆ, ਅੱਜ ਸਾਡੀ ਮਰਜ਼ੀ ਦਾ ਹੀ ਤੇ ਹੋ ਰਿਹਾ ਆ। ਹੈਰੋਦੇਸ ਨੇ ਖੁਸ਼ੀ-ਖੁਸ਼ੀ ਉਹਦਾ ਪ੍ਰਚਾਰ ਸੁਣਿਆ, ਹੈਰੋਦੇਸ ਨੂੰ ਉਹਦਾ ਪ੍ਰਚਾਰ ਚੰਗਾ ਲੱਗਾ, ਪਰ ਉਹਦੇ ਤੇ ਉਹ ਅਮਲ ਕਰ ਨਹੀਂ ਪਾਇਆ, ਉਹਦੇ ਤੇ ਉਹ ਚੱਲ ਨਹੀਂ ਪਾਇਆ, ਉਹਦੇ ਅਨੁਸਾਰ ਉਹ ਫੈਸਲਾ ਨਹੀਂ ਕਰ ਪਾਇਆ। ਆइए वचन पढ़िए, यहोशुआ 24:15। परमेश्वर ਦਾ ਵਚਨ, ਪਰਮੇਸ਼ਰ ਦੀ ਮੁਕਤੀ ਦਾ ਵਚਨ ਸਾਨੂੰ ਇਹ ਚੁਣੌਤੀ ਦਿੰਦਾ, ਤੂੰ ਫੈਸਲਾ ਕਰਨਾ ਆ। ਤੇਰੇ ਜੀਵਨ ਦੇ ਵਿੱਚ ਤੂੰ ਡਿਸੀਜਨ ਲੈਣਾ ਆ। ਜੇ ਤੂੰ ਡਿਸੀਜਨ ਨਹੀਂ ਲੈ ਪਾਇਆ, ਜੇ ਤੂੰ ਫੈਸਲਾ ਨਹੀਂ ਕਰ ਪਾਇਆ, ਤੇ ਤੂੰ ਫਿਰ ਖਤਮ ਆ। ਮੇਰੇ ਪਿਆਰਿਓ, ਅੱਜ ਕਿੰਨੇ ਲੋਕ ਇਸ ਪ੍ਰਚਾਰ ਨੂੰ ਸੁਣ ਕੇ, ਇਸ ਵਚਨ ਨੂੰ ਸੁਣ ਕੇ ਫੈਸਲਾ ਕਰਨਗੇ, ਮੈਂ ਹੈਰੋਦੇਸ ਦੀ ਤਰ੍ਹਾਂ ਦੁਬਿਧਾ ਚ ਪੈਣ ਵਾਲਾ ਨਹੀਂ, ਮੈਂ ਹੈਰੋਦੇਸ ਦੀ ਤਰ੍ਹਾਂ ਸਿਰਫ ਪ੍ਰਚਾਰ ਸੁਣ ਕੇ ਪ੍ਰਚਾਰ ਨੂੰ ਚੰਗਾ ਜਾਂ ਸਹੀ ਜਾਂ ਖੁਸ਼ ਹੋਣ ਵਾਲਾ ਨਹੀਂ, ਮੈਂ ਪ੍ਰਚਾਰ ਨੂੰ ਸੁਣ ਕੇ ਆਪਣਾ ਜੀਵਨ ਬਦਲਾਂਗਾ। ਮੈਂ ਪ੍ਰਚਾਰ ਨੂੰ ਸੁਣ ਕੇ ਫੈਸਲਾ ਲਵਾਂਗਾ, ਮੈਨੂੰ ਨਰਕ ਚਾਹੀਦਾ ਜਾਂ ਸਵਰਗ ਚਾਹੀਦਾ, ਮੈਨੂੰ ਮਸੀਹ ਚਾਹੀਦਾ ਜਾਂ ਮਸੀਹ ਦੇ ਵਿਰੋਧ ਚ ਮੈਂ ਰਹਿਣਾ, ਮੈਂ ਆਪਣਾ ਘਰ ਰੇਤ ਤੇ ਬਣਾਉਣਾ ਜਾਂ ਮੈਂ ਆਪਣਾ ਘਰ ਪੱਥਰ ਤੇ ਬਣਾਉਣਾ ਆ। ਇਹ ਤੁਹਾਨੂੰ ਫੈਸਲਾ ਕਰਨਾ ਹੀ ਪੈਣਾ ਆ। ਪਰਮੇਸ਼ਰ ਦਾ ਵਚਨ ਕੋਈ ਕਹਾਣੀ ਨਹੀਂ ਆ, ਪਰਮੇਸ਼ਰ ਦਾ ਵਚਨ ਕੋਈ ਕਥਾ ਨਹੀਂ ਆ, ਪਰਮੇਸ਼ਰ ਦਾ ਵਚਨ ਜਿਉਂਦਾ ਵਚਨ ਆ। ਇਹਨੂੰ ਮੰਨਣਾ ਪੈਣਾ ਆ। ਇਹ ਸੁਣਨ ਦੀ ਚੀਜ਼ ਨਹੀਂ ਆ, ਇਹ ਖਾਣ ਦੀ ਚੀਜ਼ ਆ। ਅੱਜ ਕੀ ਕਰ ਰਹੇ ਅਸੀਂ? ਅੱਜ ਸਿਰਫ ਔਰ ਸਿਰਫ ਅਸੀਂ ਸੁਣਨਾ ਪਸੰਦ ਕਰਦੇ ਆ। ਇਹ ਕੋਈ ਕਥਾ ਨਹੀਂ ਆ ਜੋ ਸੁਣੀ ਜਾਏ, ਇਹ ਜੋ ਕਥਾ ਨਹੀਂ ਆ ਜੋ ਬਾਰ-ਬਾਰ ਦੁਹਰਾਈ ਜਾਵੇ। ਪਰਮੇਸ਼ਰ ਦਾ ਵਚਨ ਜਦੋਂ ਆਉਂਦਾ ਆ, ਸਾਡੇ ਲਈ ਚੁਣੌਤੀ ਲੈ ਕੇ ਆਉਂਦਾ ਆ। ਤੂੰ ਕੀ ਕਰਨਾ? ਵਚਨ ਸੁਣਿਆ ਗਿਆ, ਤੂੰ ਕੀ ਕਰਨਾ ਹੁਣ? ਫੈਸਲਾ ਲੈਣਾ ਜਾਂ ਨਹੀਂ ਲੈਣਾ? ਫੈਸਲਾ ਕਰਨਾ ਜਾਂ ਨਹੀਂ ਕਰਨਾ? ਜੇ ਅੱਜ ਤੁਸੀਂ ਪਰਮੇਸ਼ਰ ਦੇ ਹੱਕ 'ਚ ਫੈਸਲਾ ਕਰਦੇ ਹੋ, ਸਦਾ ਦਾ ਜੀਵਨ ਤੁਹਾਡਾ ਹੀ ਆ। ਜੇਕਰ ਅੱਜ ਤੁਸੀਂ ਪਰਮੇਸ਼ਰ ਦੇ ਉਲਟ ਜਾਂਦੇ ਹੋ, ਇਹਨਾਂ ਵਚਨਾਂ ਨੂੰ ਪੈ ਕੇ ਦੁਬਿਧਾ 'ਚ ਪੈਂਦੇ ਹੋ, ਇਹਨਾਂ ਵਚਨਾਂ ਨੂੰ ਨਹੀਂ ਮੰਨਦੇ, ਤੇ ਹਮੇਸ਼ਾ ਦਾ ਰੋਣਾ ਤੇ ਕਚੀਚਿਆਂ ਦਾ ਵਟਣਾ ਤੁਹਾਡੇ ਗਲ ਪੈ ਗਿਆ, ਜਿਹੜਾ ਕਦੇ ਵੀ ਲੱਥੇਗਾ ਨਹੀਂ। ਯਹੋਸ਼ੂਆ ਕੀ ਕਹਿੰਦਾ? ਪੜ੍ਹੀਏ। ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਬੁਰੀ ਹੈ, ਕਹਿੰਦਾ ਜੇਕਰ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਬੁਰੀ ਹੈ, ਤਾਂ ਅੱਜ ਤੁਸੀਂ ਉਸ ਨੂੰ ਚੁਣ ਲਵੋ। ਕਹਿੰਦਾ ਅੱਜ ਤੁਹਾਨੂੰ ਕੁਝ ਚੁਣਨਾ ਪੈਣਾ ਆ, ਅੱਜ ਫੈਸਲਾ ਕਰਨਾ ਪੈਣਾ ਆ। ਅੱਜ ਤੁਸੀਂ ਜਾਂ ਤੇ ਯਹੋਵਾ ਨੂੰ ਚੁਣ ਲਓ, ਹਾਂ, ਜਿਹਦੀ ਤੁਸੀਂ ਉਪਾਸਨਾ ਕਰੋਗੇ, ਜਿਹਦੀ ਤੁਸੀਂ ਉਪਾਸਨਾ ਕਰੋਗੇ, ਹਾਂ, ਭਾਵੇਂ ਉਹ
ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦੋਂ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ। ਜਾਂ ਫਿਰ ਤੁਸੀਂ ਉਹਨਾਂ ਦੇਵਤਿਆਂ ਦੀ ਕਰ ਲਓ ਜਦੋਂ ਤੁਸੀਂ ਦਰਿਆ ਦੇ ਪਾਰ ਸੀ, ਜਿੱਥੇ ਤੁਹਾਡੇ ਪਿਓ ਦਾਦੇ ਜਿਨ੍ਹਾਂ ਦੀ ਕੀ ਕਰਦੇ ਸੀ। ਹਾਂ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਾਂ ਤੇ ਪਰਮੇਸ਼ਰ ਨੂੰ ਚੁਣ ਲਓ ਤੇ ਜਾਂ ਫਿਰ ਕਿਹਨੂੰ ਚੁਣ ਲਓ। ਇਹ ਫੈਸਲਾ ਕਰੋ। ਇਹ ਲੰਗੜਾ ਕੇ ਚੱਲਣ ਦਾ ਕੋਈ ਵੀ ਫਾਇਦਾ ਨਹੀਂ। ਯਾਕੂਬ ਇਸ ਚੀਜ਼ ਬਾਰੇ ਕੀ ਕਹਿੰਦਾ ਜੀ? ਯਾਕੂਬ 1 ਦੀ 7 ਔਰ 8 ਵਚਨ ਪੜ੍ਹੀਏ। ਯਾਕੂਬ 1 ਦਾ 7 ਔਰ 8। ਇੱਕੋ ਜਿਹਾ ਮਨੁੱਖ ਨਾ ਸਮਝੇ, ਇਹੋ ਜਿਹਾ ਮਨੁੱਖ ਨਾ ਸਮਝੇ, ਇਹੋ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੂ ਕੋਲੋਂ ਕੁਝ ਲੱਭੇਗਾ। ਕਹਿੰਦਾ ਇਹ ਜੋ ਐਸੇ ਵਿਚਾਰਧਾਰਾ ਦੇ ਮਨੁੱਖ ਨੇ ਨਾ, ਜਿਨ੍ਹਾਂ ਦੀ ਵਿਚਾਰਧਾਰਾ ਹੈਰੋਦੇਸ ਦੇ ਨਾਲ ਰਲਦੀ ਆ, ਜਿਨ੍ਹਾਂ ਨੂੰ ਆਰਾਧਨਾ ਸਭਾ ਚ ਆਉਣਾ ਚੰਗਾ ਲੱਗਦਾ, ਜਿਨ੍ਹਾਂ ਨੂੰ ਵਚਨ ਸੁਣਨਾ ਚੰਗਾ ਲੱਗਦਾ ਆ, ਉਹ ਰਹਿਣਾ ਵੀ ਚਾਹੁੰਦੇ, ਉਸੇ ਕਲੀਸਿਆ ਚ ਬਣੇ ਵੀ ਰਹਿਣਾ ਚਾਹੁੰਦੇ ਆ, ਪਰ ਫੈਸਲਾ ਨਹੀਂ ਕਰ ਪਾ ਰਹੇ, ਦੁਵਿਧਾ ਚ ਪਏ ਨੇ। ਜਿਨ੍ਹਾਂ ਨੂੰ ਇਹ ਚੀਜ਼, ਜਿਹੜੇ ਐਸੇ ਨੇ, ਇਹ ਨਾ ਸਮਝ ਲਿਓ ਕਿ ਐਸੇ ਇਨਸਾਨਾਂ ਨੂੰ ਪਰਮੇਸ਼ਰ ਤੋਂ ਕੁਝ ਮਿਲ ਜਾਵੇਗਾ। ਹਾਂ, ਉਹ ਦੁਚਿੱਤਾ ਮਨੁੱਖ ਹੈ, ਉਹ ਦੋ ਚਿੱਤਾ ਮਨੁੱਖ ਹੈ, ਜਿਹੜਾ ਆਪਣਿਆਂ ਸਾਰਿਆਂ ਚਲਣਾ ਵਿੱਚ ਚੰਚਲ ਹੈ। ਜਿਹੜਾ ਆਪਣੇ ਸਾਰਿਆਂ ਚਲਣਾ ਦੇ ਵਿੱਚ ਕੀ ਆ, ਉਹ ਆਪਣੀ ਹੀ ਮਰਜ਼ੀ ਪੂਰੀ ਕਰਨਾ ਚਾਹੁੰਦਾ, ਕਿਉਂਕਿ ਆਪਣੇ ਕੰਮਾਂ 'ਚ ਚੰਚਲ ਆ। ਹਿੰਦੀ 'ਚ ਪੜੋ ਜਰਾ, ਯਾਕੂਬ 1 ਦੀ 7 ਔਰ 8 ਵਚਨ। ऐसा मनुष्य ये ना समझे कि मुझे प्रभु से कुछ मिलेगा। ਕਹਿੰਦਾ ਐਸਾ ਮਨੁੱਖ ਇਹ ਨਾ ਸਮਝੇ ਕਿ ਮੈਨੂੰ ਪਰਮੇਸ਼ਰ ਤੋਂ ਕੁਝ ਮਿਲੇਗਾ। ਹਾਂ, वह व्यक्ति दुचित्ता है हाँ। और अपनी सारी बातों में चंचल है। ਆਪਣੀ ਸਾਰੀਆਂ ਗੱਲਾਂ ਦੇ ਵਿੱਚ ਕੀ ਆ, ਚੰਚਲ ਆ। ਉਹ ਆਪਣੀਆਂ ਹੀ ਮਰਜ਼ੀਆਂ ਪੂਰੀਆਂ ਕਰਦਾ, ਆਪਣੀਆਂ ਹੀ ਮਰਜ਼ੀਆਂ ਤੇ ਚੱਲਦਾ ਆ, ਉਹ ਆਪਣੀਆਂ ਗੱਲਾਂ ਤੇ ਚੰਚਲ ਆ। ਉਹ ਪਰਮੇਸ਼ਰ ਦੀਆਂ ਗੱਲਾਂ ਤੇ ਮਨ ਨਹੀਂ ਲਾਉਂਦਾ। ਸੁਣਦਾ ਤੇ ਹੈ, ਚੰਗੀਆਂ ਵੀ ਲੱਗਦੀਆਂ ਨੇ, ਖੁਸ਼ੀ ਦੇ ਨਾਲ ਸੁਣਦਾ, ਪਰ ਮਰਜ਼ੀ ਕਿਹਦੀ ਕਰਦਾ ਆ। ਸਾਡੇ ਜੀਵਨਾਂ 'ਚ ਦੇਖ ਲਈਏ, ਚਰਚ ਜਾਣ ਵਾਲੇ ਦੇਖ ਲੈਣ, ਆਪਣੇ ਆਪ ਨੂੰ ਵਿਸ਼ਵਾਸੀ ਕਹਾਉਣ ਵਾਲੇ ਦੇਖ ਲੈਣ, ਇਹ ਵਿਚਾਰਧਾਰਾ, ਇਹ ਆਤਮਾ ਅੱਜ ਤੁਹਾਡੇ 'ਚ ਵੀ ਆ। ਪਰਮੇਸ਼ਰ ਦਾ ਆਤਮਾ ਜੇ ਇਧਰੋਂ ਬੋਲ ਰਿਹਾ, ਜੇਕਰ ਤੁਸੀਂ ਐਸਾ ਜੀਵਨ ਜੀ ਰਹੇ ਹੋ, ਤੁਹਾਨੂੰ ਚਰਚ ਜਾਣਾ ਵੀ ਪਸੰਦ ਆ, ਤੁਹਾਨੂੰ ਵਚਨ ਸੁਣਨਾ ਵੀ ਪਸੰਦ ਆ, ਪਰ ਮਰਜ਼ੀ ਤੁਸੀਂ ਆਪਣੀ ਕਰਦੇ ਹੋ। ਵਚਨ ਤੁਹਾਨੂੰ ਚੰਗੇ ਲੱਗਦੇ ਨੇ, ਪਰ ਵਚਨ ਤੁਸੀਂ ਮੰਨਦੇ ਨਹੀਂ, ਤੇ ਤੁਹਾਨੂੰ ਪਰਮੇਸ਼ਰ ਤੋਂ ਕੁਝ ਨਹੀਂ ਮਿਲੇਗਾ। ਇਹ ਨਾ ਸਮਝ ਲਿਓ ਕਿ ਪਰਮੇਸ਼ਰ ਤੁਹਾਨੂੰ ਕੁਝ ਹਿੱਸਾ ਦੇਵੇਗਾ। ਇਹ ਨਾ ਸਮਝ ਲਿਓ ਪਰਮੇਸ਼ਰ ਤੁਹਾਨੂੰ ਕੁਝ ਅਧਿਕਾਰ ਦੇਵੇਗਾ। ਇਹ ਨਾ ਸਮਝ ਲਿਓ ਪਰਮੇਸ਼ਰ ਆਏਗਾ ਤੇ ਤੁਹਾਨੂੰ ਲੈ ਜਾਵੇਗਾ, ਕਿਉਂਕਿ ਤੁਸੀਂ ਆਪਣੇ ਹੀ ਕੰਮਾਂ 'ਚ ਕੀ ਜੇ, ਚੰਚਲ ਹੋ। ਤੁਹਾਨੂੰ ਪਰਮੇਸ਼ਰ ਦੇ ਕੰਮਾਂ ਦੀ ਕੋਈ ਵੀ ਪਰਵਾਹ ਨਹੀਂ। ਐਸਾ ਮਨੁੱਖ ਇਹ ਨਾ ਸਮਝੇ ਕਿ ਪਰਮੇਸ਼ਰ ਤੋਂ ਕੀ ਕਰ ਲਏਗਾ, ਕੁਝ ਪਾ ਲਵੇਗਾ। ਇਸੇ ਤਰ੍ਹਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਹੈਰੋਦੇਸ ਵੀ ਐਸਾ ਹੀ ਮਨੁੱਖ ਸੀ। ਉਹ ਪਰਮੇਸ਼ਰ ਤੋਂ ਕੁਝ ਨਹੀਂ ਪਾ ਸਕਿਆ। ਆਖਰ ਹੋਇਆ ਕਿ ਪੜ੍ਹੀਏ ਜੀ, ਮਰਕਸ 6 ਬਾਬ 26 ਔਰ 27 ਵਚਨ। ਤਦ ਰਾਜਾ ਬਹੁਤ ਉਦਾਸ ਹੋਇਆ। ਤਦ ਰਾਜਾ ਬਹੁਤ ਉਦਾਸ ਹੋਇਆ, ਕਿਉਂਕਿ ਜਦੋਂ ਫੈਸਲਾ ਨਹੀਂ ਕਰ ਪਾਇਆ ਕਿ ਮੈਂ ਕਰਾਂ ਕੀ, ਦੁਵਿਧਾ 'ਚ ਪੈ ਗਿਆ, ਫਿਰ ਇਹ ਬਹੁਤ ਉਦਾਸ ਹੋਇਆ। ਹਾਂ, ਪਰ ਉਹਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖਾਤਰ ਉਸ ਨੂੰ ਨਾ ਕਰਨੀ ਨਾ ਚਾਹੀ। ਹਾਂ, ਤਾਂ ਰਾਜਾ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਰਾਜਾ ਨੇ ਇੱਕ ਸਿਪਾਹੀ ਨੂੰ ਹੁਕਮ ਦਿੱਤਾ, ਕੇ ਭੇਜਿਆ ਜੋ ਉਹਦਾ ਸਿਰ ਲਿਆਏ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੀ ਲੈ ਆਵੇ। ਦੇਖੋ ਨਾ, ਜਦੋਂ ਅਸੀਂ 20 ਐਤ ਪੜ੍ਹਦੇ, 20 ਪੜੋ ਨਾ, ਇਹਦੇ ਵਿੱਚ ਕੀ ਕਰ ਦਿੱਤਾ ਉਹਨੇ? ਉਹਦਾ ਸਿਰ ਕਟਵਾ ਦਿੱਤਾ। 20 'ਚ ਕੀ ਕਹਿ ਰਿਹਾ? ਹਾਂ, ਕਿਉਂ ਜੋ ਹੈਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ, ਕੋਈ ਧਰਮੀ ਦਾ ਸਿਰ ਕਟਵਾ ਸਕਦਾ? ਕੋਈ ਪਵਿੱਤਰ ਪੁਰਖ ਦੇ ਖਿਲਾਫ ਉੱਠ ਸਕਦਾ? ਕਹਿੰਦਾ ਉਹ ਕੀ ਕਰਦਾ ਸੀ? ਯੂਹੰਨਾ ਨੂੰ ਧਰਮੀ ਤੇ ਕੀ ਜਾਣਦਾ ਸੀ? ਪਵਿੱਤਰ ਪੁਰਖ ਜਾਣ ਕੇ ਕੀ ਕਰਦਾ ਸੀ? ਉਸ ਕੋਲੋਂ ਡਰਦਾ, ਉਹਦੇ ਕੋਲ ਡਰਦਾ ਸੀ। ਹਾਂ, ਉਹਦੀ ਰੱਖਿਆ ਕਰਦਾ ਸੀ। ਜਿੱਦਣ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਨਹੀਂ ਮੰਨੋਗੇ, ਤੁਹਾਡੇ ਜੀਵਨ 'ਚੋਂ ਪਰਮੇਸ਼ਰ ਦਾ ਡਰ ਵੀ ਖਤਮ ਹੋ ਜਾਏਗਾ। ਡਰ ਤੇ ਸਿਰਫ ਇੱਕ ਨਾਂ ਦਾ ਹੀ ਆ। 3 ਦੀ 20 'ਚ ਔਰ 6 ਦੀ 24 ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ, ਕਿਉਂਕਿ ਜਦੋਂ ਇਹ ਕੀ ਨਹੀਂ ਕਰ ਪਾਇਆ, ਇਹਨੂੰ ਵਚਨ ਚੰਗੇ ਲੱਗਦੇ ਸੀ ਪਰ ਫੈਸਲਾ ਨਹੀਂ ਕਰ ਪਾਇਆ। ਉਹ ਜਿਹਦੇ ਤੋਂ ਡਰਦਾ ਸੀ, ਜਿਹਦਾ ਵਚਨ ਇਹ ਖੁਸ਼ੀ ਨਾਲ ਸੁਣਦਾ ਸੀ, ਜਿਹਦੀ ਇਹ ਰੱਖਿਆ ਕਰਦਾ ਸੀ, ਜਿਹਨੂੰ ਇਹ ਧਰਮੀ ਤੇ ਪਵਿੱਤਰ ਸਮਝਦਾ ਸੀ, ਅੱਜ ਉਹਦਾ ਸਿਰ ਖੁਦ ਕਹਿੰਦਾ ਇੱਕ ਨੂੰ ਭੇਜਿਆ, ਕੀ ਕਰਕੇ ਲਿਆ?
ਯੋਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕੱਟ ਦਿਓ। ਯੋਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਟਵਾ ਦਿੱਤਾ ਇਹਦੀ ਕਮਜ਼ੋਰ ਇੱਛਾ ਸ਼ਕਤੀ ਨੇ। ਅੱਜ ਵੀ ਜੇਕਰ ਤੁਸੀਂ ਫੈਸਲਾ ਨਹੀਂ ਕਰ ਪਾ ਰਹੇ, ਇਹ ਉਹਨੂੰ ਪਤਾ ਸੀ ਕਿ ਉਹ ਕੀ ਕਰ ਰਿਹਾ, ਉਹ ਜਾਣਦਾ ਸੀ, ਉਹਨੂੰ ਪਤਾ, ਉਹਨੂੰ ਇਹ ਨਹੀਂ ਕਿ ਕੁਝ ਪਤਾ ਨਹੀਂ ਹੈ, ਪੂਰੇ ਹੋਸ਼ੋ ਹਵਾਸ ਦੇ ਵਿੱਚ ਉਹਨੂੰ ਪਤਾ ਮੈਂ ਯੋਨਾ ਬਪਤਿਸਮਾ ਦੇਣ ਵਾਲੇ ਦਾ ਕੀ ਕਰਨ ਲਈ ਜਾ ਰਿਹਾ ਤੇ ਇਹਦਾ ਮੇਰੇ ਜੀਵਨ ਚ ਬਾਅਦ ਚ ਕੀ ਨਤੀਜਾ ਨਿਕਲੇਗਾ, ਇਹ ਸਭ ਪਤਾ ਆ। ਇਸੇ ਤਰ੍ਹਾਂ ਤੁਸੀਂ ਜੋ ਪਵਿੱਤਰ ਪਾਪੀ ਹੋ, ਪਵਿੱਤਰ ਪਾਪੀ ਕਹਿੰਦਾ ਮੈਂ ਤੁਹਾਨੂੰ ਚਰਚ ਆਉਣ ਵਾਲੇ, ਪਰਮੇਸ਼ਰ ਦੇ ਵਚਨ ਸੁਣਨ ਵਾਲੇ, ਆਪਣੇ ਆਪ ਨੂੰ ਪਵਿੱਤਰ ਕਹਿਣ ਵਾਲੇ, ਪਰ ਪਾਪੀ ਤੁਹਾਨੂੰ ਪਤਾ ਆ ਸਾਡੇ ਪਾਪ ਦੀ ਸਜ਼ਾ ਕੀ ਆ, ਤੁਹਾਨੂੰ ਪਤਾ ਇਹ ਪਾਪ ਸਾਨੂੰ ਕਿੱਥੇ ਲੈ ਕੇ ਜਾ ਸਕਦਾ, ਤੁਹਾਨੂੰ ਪਤਾ ਤੁਹਾਡੀਆਂ ਗਲਤੀਆਂ ਦਾ ਨਤੀਜਾ ਕੀ ਨਿਕਲੇਗਾ, ਪਰ ਤਾਂ ਵੀ ਤੁਸੀਂ ਕਰਦੇ ਹੋ। ਇਸੇ ਤਰ੍ਹਾਂ ਯੋਹੰਨਾ ਹੈਰੋਦੇਸ ਨੇ ਵੀ ਇਹਨੂੰ ਪਤਾ ਸੀ ਇੱਕ ਪਵਿੱਤਰ ਔਰ ਧਰਮੀ ਪੁਰਖ ਦਾ ਜਿਹਦੇ ਮੂੰਹ ਚੋਂ ਪਰਮੇਸ਼ਰ ਬੋਲਦਾ ਆ, ਜਿਹਦਾ ਮੂੰਹ ਕਿਹਦਾ ਮੂੰਹ ਆ, ਪਰਮੇਸ਼ਰ ਦਾ ਮੂੰਹ ਆ, ਉਹਨੂੰ ਕੀ ਕਰ ਦਿੱਤਾ ਜੇ ਨੇ, ਉਹਦਾ ਗਲਾ ਵਡਾ ਕੇ ਥਾਲੀ 'ਚ ਆਪਣੇ ਯਾਰਾਂ ਦੋਸਤਾਂ ਦੇ ਸਾਹਮਣੇ ਤੇ ਖਾਸ ਕਰਕੇ ਆਪਣੀ ਉਸ ਘਰ ਵਾਲੀ ਦੇ ਪੈਰਾਂ 'ਚ ਕੀ ਕਰ ਦਿੱਤਾ ਆ, ਪੇਸ਼ ਕਰ ਦਿੱਤਾ। ਇਹ ਹੋਇਆ ਕਿਉਂ? ਕਿਉਂਕਿ ਫੈਸਲਾ ਨਹੀਂ ਕਰ ਪਾਏ। ਮੈਂ ਪਹਿਲਾਂ ਵੀ ਕਿਹਾ, ਪਰਮੇਸ਼ਰ ਦਾ ਵਚਨ ਕੋਈ ਕਥਾ ਨਹੀਂ, ਪਰਮੇਸ਼ਰ ਦਾ ਵਚਨ ਕੋਈ ਪਾਠ ਨਹੀਂ, ਪਰਮੇਸ਼ਰ ਦਾ ਵਚਨ ਕੋਈ ਕਹਾਣੀ ਨਹੀਂ ਆ ਜਿਹੜੀ ਬਾਰ-ਬਾਰ ਤੁਹਾਨੂੰ ਰਿਪੀਟ ਕਰਕੇ ਕੀ ਕੀਤੀ ਜਾਵੇ। ਇਹ ਪਰਮੇਸ਼ਰ ਦਾ ਵਚਨ ਚੁਣੌਤੀ ਦਿੰਦਾ ਕਿਉਂਕਿ ਜਿਉਂਦਾ ਆ। ਇਹ ਪਰਮੇਸ਼ਰ ਦਾ ਵਚਨ ਸਾਨੂੰ ਫੈਸਲਾ ਕਰਨ ਲਈ ਕਹਿੰਦਾ, ਤੂੰ ਫੈਸਲਾ ਕਰ। ਇਹ ਜਿਉਂਦਾ ਵਚਨ, ਇਹ ਪਰਮੇਸ਼ਰ ਤੇਰੇ ਸਾਹਮਣੇ ਆਇਆ, ਇਹ ਤੈਨੂੰ ਕਹਿ ਰਿਹਾ ਤੇਰੇ ਜੀਵਨ 'ਚ ਆ ਗਲਤੀ ਆ। ਜੇ ਤੂੰ ਗਲਤੀ ਨੂੰ ਨਹੀਂ ਕੱਢੇਗਾ ਤੇ ਉਹ ਗਲਤੀ ਤੇਰੇ ਜੀਵਨ ਦੇ ਵਿੱਚੋਂ ਪਰਮੇਸ਼ਰ ਦੀ ਆਸ਼ੀਸ਼ ਨੂੰ ਕੱਢ ਦੇਵੇਗੀ, ਜਿਸ ਤਰ੍ਹਾਂ ਇਸ ਹੈਰੋਦੇਸ ਦੇ ਜੀਵਨ 'ਚ ਹੋਇਆ। ਤੁਸੀਂ ਸੋਚੋ ਇਸ ਘਟਨਾ ਤੋਂ ਬਾਅਦ ਹੈਰੋਦੇਸ ਦਾ ਜੀਵਨ ਕੈਸਾ ਰਿਹਾ ਹੋਵੇਗਾ। ਹੈਰੋਦੇਸ ਦੀ ਜ਼ਿੰਦਗੀ ਨਰਕ ਬਣ ਗਈ ਹੋਵੇਗੀ ਕਿਉਂਕਿ ਉਹਨੇ ਜਾਣ ਦਾ ਕੀ ਕਰ ਲਿਆ। ਉਹਨੇ ਹੁਣ ਉਹਨੂੰ ਅਕਸਰ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਕੀ ਆਉਂਦੇ ਹੋਣਗੇ, ਸੁਪਨੇ ਆਉਂਦੇ ਹੋਣਗੇ। ਯੋਹੰਨਾ ਦਾ ਸਿਰ ਕਟਵਾਉਣ ਤੋਂ ਬਾਅਦ ਉਹਦਾ ਜੀਵਨ ਕਿੰਨਾ ਭਿਆਨਕ ਹੋ ਗਿਆ, ਇਹ ਜਦੋਂ ਕਿਤੇ ਤੁਹਾਨੂੰ ਕਿਤੇ ਮਿਲੇਗਾ ਨਾ, ਉਹਨੂੰ ਪੁੱਛ ਲਿਓ। ਜੇਕਰ ਤੁਸੀਂ ਉਹਦੇ ਕੋਲ ਜਾਣਾ ਨਾ, ਜੇ ਪਰਮੇਸ਼ਰ ਦੀ ਨਹੀਂ ਮੰਨਦੇ ਤੇ ਕਿੱਥੇ ਜਾਣਾ ਆ? ਜਿੱਥੇ ਅੱਜ ਉਹ ਸੜ ਰਿਹਾ, ਤੁਸੀਂ ਵੀ ਉੱਥੇ ਪੁੱਛ ਲਿਓ ਉਹਦਾ ਜੀਵਨ ਕੈਸਾ ਸੀ। ਉਹ ਦੱਸੇਗਾ, ਮੈਂ ਆਪਣੇ ਹੱਥੀਂ ਮੌਤ ਖਰੀਦੀ ਆ, ਮੈਂ ਉਸ ਧਰਮੀ ਪੁਰਖ ਦੀ ਨਹੀਂ ਮੰਨੀ, ਮੈਂ ਉਸ ਪਵਿੱਤਰ ਪੁਰਖ ਦੀ ਨਹੀਂ ਮੰਨੀ, ਮੈਂ ਇਸ ਪਾਪਣ ਔਰਤ ਦੀ ਮੰਨੀ। ਮੈਂ ਉਸ ਧਰਮੀ ਪੁਰਖ ਨੂੰ ਨਹੀਂ ਅਹਿਮੀਅਤ ਦਿੱਤੀ, ਮੈਂ ਆਪਣੇ ਪਾਪਾਂ ਆਪਣੀਆਂ ਗਲਤੀਆਂ ਨੂੰ ਕੀ ਦਿੱਤੀ ਆ। ਇਸ ਕਰਕੇ ਮੇਰਾ ਇਸ ਨਰਕ 'ਚ ਆਉਣਾ ਬਣਦਾ ਹੀ ਆ, ਮੈਂ ਡਿਜ਼ਰਵ ਕਰਦਾ ਆ, ਮੈਂ ਇਸ ਨਰਕ ਦੀ ਅੱਗ ਦੇ ਯੋਗ ਹਾਂ। ਇਹ ਸਜ਼ਾ ਮੇਰੇ ਲਈ ਢੁਕਵੀਂ ਸਜ਼ਾ ਆ। ਤੁਸੀਂ ਵੀ ਇਸ ਸੱਚਾਈ ਨੂੰ ਮੰਨੋਗੇ। ਫਿਰ ਉੱਥੇ ਯੋਹੰਨਾ ਬਪਤਿਸਮਾ ਦੇਣ ਵਾਲੇ ਦੀ ਵਿਚਾਰਧਾਰਾ ਛੱਡ ਦਿਓ, ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਆਤਮਾ ਨੂੰ ਕੱਢ ਦਿਓ। ਇਹ ਆਤਮਾ ਅੱਜ ਦੇ ਵਿਸ਼ਵਾਸੀਆਂ 'ਚ ਕੰਮ ਕਰ ਰਿਹਾ, ਸ਼ੈਤਾਨੀ ਲੋਕਾਂ 'ਚ ਨਹੀਂ। ਜਿਨ੍ਹਾਂ ਨੇ ਤੋਬਾ ਕੀਤੀ, ਬਪਤਿਸਮਾ ਪਾਇਆ, ਉਹਨਾਂ ਦੇ ਵਿੱਚ ਇਹ ਕੰਮ ਕਰ ਰਿਹਾ ਕਿ ਵਚਨ ਨੂੰ ਨਾ ਮੰਨਣ। ਹੈਰੋਦੇਸ ਦੀ ਆਤਮਾ ਕੀ ਆ? ਵਚਨ ਨੂੰ ਨਾ ਮੰਨਣ ਦੀ ਆਤਮਾ, ਵਚਨ ਤੇ ਨਾ ਚੱਲਣ ਦੀ ਆਤਮਾ, ਜੋ ਵਚਨ ਕਹਿੰਦਾ ਉਹਦੇ ਅਨੁਸਾਰ ਫੈਸਲਾ ਨਾ ਕਰਨ ਦੀ ਆਤਮਾ। ਜੇ ਇਹ ਆਤਮਾ ਤੁਹਾਡੇ ਅੰਦਰ ਆ, ਇਹ ਵਿਚਾਰਧਾਰਾ ਤੁਹਾਡੇ ਅੰਦਰ ਆ, ਤੁਸੀਂ ਵੀ ਉੱਥੇ ਹੋਵੋਗੇ ਜਿੱਥੇ ਹੈਰੋਦੇਸ ਅੱਜ ਕਲਪ ਰਿਹਾ, ਸੜ ਰਿਹਾ ਤੇ ਇੱਕ ਬੂੰਦ ਪਾਣੀ ਲਈ ਕੀ ਕਰ ਰਿਹਾ ਆ। ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ? ਫੈਸਲਾ ਕਰ ਲਓ। ਇਹ ਫੈਸਲਾ ਸਾਡੇ ਹੱਥ 'ਚ ਆ। ਕੀ ਕਰਨਾ ਅਸੀਂ? ਚੌੜੇ ਮਾਰਗ ਤੇ ਚੱਲਣਾ ਜਾਂ ਤੰਗ ਮਾਰਗ ਤੇ ਚੱਲਣਾ? ਯਿਸੂ ਮਸੀਹ ਦੇ ਨਾਲ ਚੱਲਣਾ ਜਾਂ ਯਿਸੂ ਮਸੀਹ ਦੇ ਵਿਰੋਧ 'ਚ ਚੱਲਣਾ? ਧਨ ਦੌਲਤ ਚਾਹੀਦੀ ਆ ਜਾਂ ਪਰਮੇਸ਼ਰ ਚਾਹੀਦਾ? ਸਵਰਗ ਚਾਹੀਦਾ ਜਾਂ ਨਰਕ ਚਾਹੀਦਾ? ਰੇਤ ਤੇ ਬਣਿਆ ਘਰ ਚਾਹੀਦਾ ਜਾਂ ਪੱਥਰ ਤੇ ਚਟਾਨ ਤੇ ਬਣਿਆ ਘਰ ਚਾਹੀਦਾ? ਕੀ ਚਾਹੀਦਾ ਸਾਨੂੰ? ਇਹ ਫੈਸਲਾ ਮੇਰੇ ਪਿਆਰਿਓ ਤੁਹਾਡੇ ਹੱਥ 'ਚ ਆ। ਜਿਉਂਦੇ ਪਰਮੇਸ਼ਰ ਦੇ ਵਚਨ ਨੇ ਵੀ ਇਹ ਫੈਸਲਾ ਤੁਹਾਡੇ ਹੱਥ ਛੱਡ ਦਿੱਤਾ ਆ। ਤੁਸੀਂ ਸਭਨਾਂ ਨੇ ਸੁਣਿਆ, ਜੋ ਕੁਝ ਹੁਣ ਸੁਣ ਰਹੇ ਨੇ, ਕੁਝ ਬਾਅਦ 'ਚ ਮੋਬਾਈਲਾਂ ਦੇ ਦੁਆਰਾ ਇਹਨਾਂ ਰਿਕਾਰਡਿੰਗਾਂ ਨੂੰ ਸੁਣਨਗੇ। ਕੋਈ YouTube ਤੇ ਸੁਣੇਗਾ, ਕੋਈ Facebook ਤੇ ਸੁਣੇਗਾ। ਉੱਥੇ ਵੀ ਇਹ ਪ੍ਰਚਾਰ, ਉੱਥੇ ਵਚਨ ਇਹੀ ਤੁਹਾਨੂੰ ਲਲਕਾਰੇਗਾ, ਇਹੀ ਚੁਣੌਤੀ ਦੇਵੇਗਾ। ਤੁਸੀਂ ਕੀ ਕਰਨਾ ਹੁਣ? ਫੈਸਲਾ ਕਰਨਾ ਜਾਂ ਨਹੀਂ ਕਰਨਾ? ਕੋਈ ਨਿਰਣਾ ਲੈਣਾ ਜਾਂ ਨਹੀਂ ਲੈਣਾ ਕਿ ਦੁਬਿਧਾ 'ਚ ਪਏ ਰਹਿਣਾ ਆ?
ਇਸ ਹੈਰੋਦੇਸ ਦੀ ਆਤਮਾ ਨੂੰ ਕਲੀਸਿਆ ਦੇ ਵਿੱਚੋਂ ਕੱਢਣ ਦਾ ਟਾਈਮ ਆ ਗਿਆ ਆ। ਇਸ ਹੈਰੋਦੇਸ ਦੀ ਆਤਮਾ ਨੂੰ ਵਿਸ਼ਵਾਸੀਆਂ ਦੇ ਵਿੱਚੋਂ ਕੱਢਣ ਦਾ ਟਾਈਮ ਆ ਚੁੱਕਾ ਆ। ਇਸੇ ਕਾਰਨ ਪਰਮੇਸ਼ਰ ਦਾ ਵਚਨ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ, ਜਿਹਦੇ ਅੰਦਰ ਵੀ, ਜਿਸ ਵਿਸ਼ਵਾਸੀ ਦੇ ਅੰਦਰ, ਜਿਸ ਭਾਈ ਦੇ ਅੰਦਰ, ਜਿਸ ਭੈਣ ਦੇ ਅੰਦਰ ਇਹ ਹੈਰੋਦੇਸ ਦੀ ਆਤਮਾ ਕੰਮ ਕਰ ਰਹੀ ਆ, ਅੱਜ ਯਿਸੂ ਮਸੀਹ ਦੇ ਨਾਮ 'ਚ ਉਸ ਆਤਮਾ ਨੂੰ ਡਾਂਟ ਦੇ। ਅੱਜ ਤੋਂ ਬਾਅਦ ਮੈਂ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਾਂਗਾ, ਜਾਂ ਮੈਂ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਾਂਗੀ। ਅੱਜ ਤੋਂ ਬਾਅਦ ਮੈਂ ਪਰਮੇਸ਼ਰ ਦਾ ਵਚਨ ਸੁਣ ਕੇ ਆਪਣੇ ਜੀਵਨਾਂ 'ਚ ਉਸ ਵਚਨ ਦੇ ਅਨੁਸਾਰ ਫੈਸਲੇ ਕਰਾਂਗੀ ਜਾਂ ਕਰਾਂਗਾ। ਮੈਂ ਦੁਵਿਧਾ 'ਚ ਨਹੀਂ ਪਵਾਂਗਾ। ਜੇ ਮੈਂ ਦੁਵਿਧਾ 'ਚ ਪੈ ਗਿਆ, ਜੇ ਮੈਂ ਸੋਚ ਵਿਚਾਰ 'ਚ ਲੱਗ ਗਿਆ, ਤੇ ਮੈਂ ਇੱਕ ਦਿਨ ਹੈਰੋਦੇਸ ਵਾਂਗੂ ਆਪਣੇ ਪਾਪ ਦਾ ਸਾਥ ਦਿਆਂਗਾ, ਇਸ ਵਚਨ ਤੇ ਨਹੀਂ ਚੱਲਾਂਗਾ। ਹੈਰੋਦੇਸ ਨੇ ਵੀ ਯੋਨਾ ਬਪਤਿਸਮਾ ਦੇਣ ਵਾਲੇ ਦਾ ਕੀ ਵਡਾ ਦਿੱਤਾ। ਇਹ ਫੈਸਲਾ ਤੁਸੀਂ ਕਰ ਲਓ। ਮੈਂ ਚਾਹਾਂਗਾ ਸਭ ਥੋੜੀ ਦੇਰ ਅੱਜ ਦੇ ਵਚਨਾਂ ਦੇ ਅਨੁਸਾਰ ਆਪਣੇ ਆਪ ਨੂੰ ਤੋਲੋ ਔਰ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੀਏ ਥੋੜੀ ਦੇਰ। ਹਾਲੇਲੂਇਆ। ਧੰਨਵਾਦ, ਧੰਨਵਾਦ। ਹਾਲੇਲੂया, ਹਾਲੇਲੂया। धन्यवाद, धन्यवाद, धन्यवाद हो सर्वशक्तिमान पिता परमेश्वर, तेरा धन्यवाद हो। पिता अज दा तेरा जिंदा वचन लोकां नू फैसला लैण दे लई प्रेरित करे। तेरे हर वचन लोकां नू फैसला लैण दे लई प्रेरित करदे, पर अज दे वचन दे द्वारा तू समझाया, तू दस्या। वचन सुन के हैरोदेस वांगू कमजोर इच्छा शक्ति वाले नहीं, दलेर बन के अपने पापा नू इनकार कर दिओ, अपने पाप दा साथ ना दिओ। हैरोदेस नू भी वचन चंगा लगदा सी, यूहन्ना नू धर्मी समझदा सी, पर ओदा साथ देने दी बजाय, ओदे वचनां दे अनुसार चलण दी बजाय उन्हें अपने पाप दा साथ देना मुनासिब समझिया। उस तो बाद दी जिंदगी, ओदी उस भयानक जिंदगी दी तुसी कल्पना कर सकते हो, कैसी जिंदगी होएगी ओदी। इस तरह मेरे प्यारे हो, जेकर तुसी अज परमेश्वर दे वचनां नूं मन के फैसला नहीं करते, अपने आउण वाले समय ते ध्यान दे दिओ, तुहाडा आउण वाला समा की होवेगा। तो आइए एक गीत गा के असीं परमेश्वर दी वडाई करांगे। गीत दी किताब विचों गीत नंबर 239, 239। सदा मैं स्तुति करूंगा, सदा मैं सेवा करूंगा। सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा, सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति गा। मुझे बचाने आया जब मैं गुनाहों में था, मुझे बचाने आया जब मैं गुनाहों में था। स्वर्ग छोड़कर आया जगत में मुझे बचाने को। हाँ, स्वर्ग छोड़कर आया, हालेलुया, सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा। जब मैं निराशा में था, तूने मुझे आशा दी। जब मैं निराशा में था, तूने मुझे आशा दी। जगत में आया जीवन को दिया पवित्र प्रेमी यीशु
पवित्र प्रेमी यीशु। सदा मैं स्तुति करूंगा, सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा। प्रेमी प्रभु यीशु, बचाया तूने मुझे। प्रेमी प्रभु यीशु, बचाया देता हूँ मैं सारा जीवन तुझे संपूर्ण आनंद से। देता हूँ मैं तुझे सारा जीवन तुझे संपूर्ण आनंद से। सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा। अनादि परमेश्वर, सच्चाई और जीवन है तू। अनादि परमेश्वर, सच्चाई और स्तुति प्रशंसा करता रहूंगा तेरे आने समय तक। स्तुति प्रशंसा करता रहूंगा तेरे आने समय तक। सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा, सदा मैं स्तुति करूंगा, सदा मैं सेवा करूंगा। मुझे बचाया प्रभु ने, सदा मैं स्तुति करूंगा। हालेलुया, धन्यवाद। तो आइए अपने सिरां ਨੂੰ ਝੁਕਾਵਾਂਗੇ, प्रार्थना करांगे। सर्वशक्तिमान दयालु पिता, ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ, ਕਿਉਂਕਿ ਫੇਰ ਤੁਸੀਂ ਸਾਨੂੰ ਆਪਣੇ ਕਦਮਾਂ ਦੇ ਵਿੱਚ ਬਿਠਾਇਆ। ਪਿਤਾ ਤੁਹਾਡਾ ਧੰਨਵਾਦ ਹੋ, ਖਾਸ ਕਰਕੇ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਤੁਹਾਡੇ ਜਿਉਂਦੇ ਵਚਨਾਂ ਦੇ ਲਈ। ਪਿਤਾ ਪਰਮੇਸ਼ਰ, ਅੱਜ ਦੇ ਵਚਨਾਂ ਦੁਆਰਾ ਤੁਸੀਂ ਸਾਡੇ ਇੱਕ ਇੱਕ ਨਾਲ ਬੋਲੇ ਔਰ ਗੱਲਬਾਤ ਕੀਤੀ। ਅੱਜ ਦੇ ਵਚਨਾਂ ਦੁਆਰਾ ਤੁਸੀਂ ਇਹ ਸਖਤ ਨਿਰਦੇਸ਼ ਦਿੱਤਾ, ਇੱਕ ਚੁਣੌਤੀ ਦਿੱਤੀ, फैसला कर लो। जे फैसला नहीं कर पा रहे तो तुसी हेरोदेस वांगू एक दिन अपने आत्मिक जीवन का अंत कर लवोगे। इस कारण पिता परमेश्वर, सानू अपने आत्मिक जीवना दे विच फैसला करना जरूरी है। पिता परमेश्वर, मैं प्रार्थना करना तेरे जिन्हां बच्चों ने इस कमरे दे विच इस वचन नूं सुनिया, मोबाइल के द्वारा इस वचन नूं सुनिया, जो बाद च फेसबुक और यूट्यूब ते सुनणगे, पिता सब तेरे इस जिंदे वचन नूं सुन के एक फैसला कर लैण। पिता स्वर्ग चाहिदा जां नरक चाहिदा, मसीह चाहिदा जां मसीह दे विरोध चाहिदा, परमेश्वर चाहिदा जां धन दौलत चाहिदी आ। पिता जी, एक एक नूं ये फैसला करन लई तूं प्रेरित कर कि उन्हां नूं तंग मार्ग चाहिदा जां खुला मार्ग चाहिदा, उन्हां नूं रेत ते बनिया घर चाहिदा जां चट्टान ते बनिया घर चाहिदा। पिता ये फैसला लैण लई तूं अपने बच्चों की मदद कर। धन्नवादी हां तूं साडी प्रार्थना नूं सुनिया, यीशु मसीह दे नाम च मंगदे हां, आमीन। हालेलुया। सबना नूं जय मसीह दी। असीं परमेश्वर दे धन्नवादी हां, अज सानूं परमेश्वर ने इस जगह ते बिठाया, वचन सुनिया। हुण अगली बार असीं ऐतवार ऑनलाइन होवांगे। इस वार वीरवार ऑनलाइन सभा नहीं होवेगी, ऐतवार ऑनलाइन सभा होएगी। तो तद तक दे लई परमेश्वर तुहानूं सारिआं नूं संभाले, मदद करे। यीशु मसीह दे नाम च सबना नूं आशीष मिले, आमीन।